श्री वाहिगुरु साहिब जी दोहरा सोन नित्ता दिवर सकल तारा सुख के हेत दुख सर्ग परिवार जो वैसे उदय नकेता दोहरा सोन नित्ता दिवर सकल। वाहिगुरु जी का खालसा वाहिगुरु जी की फतेह। सतगुरां दी साची नवाजी परम प्रीतवान गुरु प्यारी साध संगत जी, जुगो जुग अटल सतगुरु श्री गुरु ग्रंथ साहिब जी महाराज सच्चे पातशाह जी की किरपा रहमत बख्शिश हो रही है। गरीब नवाज सच्चे पातशाह जी की मेहर का सदका गुरुद्वारा शहीद बाबा निहाल सिंह जी नगर तलन विखे संध्या के दीवान विच जुड़ बैठे हाँ। सतगुरु नानक देव महाराज सच्चे पातशाह जी का सोहना सुंदर जीवन वरतांत लड़ीवार इतिहास श्री गुरु नानक प्रकाश के विचों ਆਪਾਂ ਨਿਤਾ ਪ੍ਰਤੀ ਸਰਵਣ ਕਰਦੇ ਹਾਂ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਕਬਰਸਤਾਨ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਬੈਠਿਆਂ ਹੋਇਆਂ ਨੂੰ ਨਵਾਬ ਦੌਲਤ ਖਾਂ ਲੋਧੀ ਨੇ ਆਪਣੇ ਪਾਸ ਬੁਲਾਇਆ ਹੈ ਤਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੋਦੀਖਾਨੇ ਦੇ ਕੰਮ ਕਾਜ ਦੇ ਵਿੱਚੋਂ जो 760 रुपए वाधा निकलिया है जिहड़ा कि नवाब दे कोल जमा पिया उसकी वरतों किवें कीती जावे ये सतगुरु पातशाह जी नूं पुछया जावे, उन्हां दी राय लई जावे। क्योंकि सतगुरु साहिब जी दे सहुरा भाई मूला चोणा जी उन्हां ने आके नवाब दे पास फरियाद कीती सी कि मेरा जवाई ਤੁਹਾਡਾ ਮੋਦੀ ਸਤਿਗੁਰੂ ਨਾਨਕ ਜੋ 760 ਰੁਪਏ ਤੁਹਾਡੇ ਵੱਲ ਵਾਧਾ ਛੱਡ ਕੇ ਤੇ ਆਪ ਫਕੀਰ ਹੋ ਗਿਆ, ਕਬਰਾਂ ਦੇ ਵਿੱਚ ਜਾ ਬੈਠਾ ਹੈ। ਇਹ ਮਾਇਆ ਮੇਰੀ ਧੀ ਸੁਲੱਖਣੀ ਨੂੰ ਜਾਂ ਮੇਰੇ ਦੋਹਤਿਆਂ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਇਤਿਆਦਿਕ ਉਹਨਾਂ ਦੇ ਪਰਿਵਾਰ ਨੂੰ ਮਿਲਣੇ ਚਾਹੀਦੇ ਆ। ਨਵਾਬ ਸੋਚ ਕੇ ਛਛੋ ਪੰਜ ਦੇ ਵਿੱਚ ਪੈ ਗਿਆ, ਚਿੰਤਾ ਤੁਰ ਹੋ ਗਿਆ ਕਿ ਕੀ ਕੀਤਾ ਜਾਵੇ। ਵਿਵਹਾਰਕ ਪੱਖ ਦੇ ਉੱਤੋਂ ਇਹਨਾਂ ਦੀ ਗੱਲ ਵੀ ਠੀਕ ਹੈ ਕਿ ਜੋ ਪਿਤਾ ਦੀ ਮਾਇਆ ਹੈ, ਜੋ ਘਰ ਵਾਲੇ ਦੀ ਮਾਇਆ ਹੈ, ਉਹਦੇ ਉੱਤੇ ਹੱਕ ਘਰ ਵਾਲੀ ਦਾ ਜਾਂ ਬੱਚਿਆਂ ਦਾ ਬਣਦਾ। ਪਰ ਸਤਿਗੁਰੂ ਸਾਹਿਬ ਜੀ ਕਿਉਂਕਿ ਵਚਨ ਕਰ ਗਏ ਸਨ ਕਿ ਇਹ 760 ਰੁਪਏ ਖੁਦਾ ਦੀ ਮਾਇਆ ਜਾਣ ਕੇ ਸਾਧੂ ਮਹਾਤਮਾ ਫਕੀਰਾਂ ਨੂੰ ਭੰਡਾਰਾ ਕਰ ਦੇਣਾ। तो नवाब ने भाई जय राम जी नूं भी बुलाया, होर सलाहकारां नूं भी पुछया। सब दी इक्को राय सी कि सतगुरु नानक देव जी महाराज वो किहड़ा किते दूर बैठे आ, नगर दे बाहर बार उजाड़ बियाबान दे विच कब्रस्तान विच ही है, उन्हां तो राय पुछ लई जावे एक बार फिर। तो एक मनुख एक नौकर अपना ये नवाब दौलत खां ने सतगुरु सच्चे पातशाह जी नूं बुलाउण दे वास्ते भेजिया। सतगुरु जी ने आउण तो ना कर दित्ती। नवाब गुस्से विच आ गया, कहण लगा कि उन्होंने मेरा जे हुक्म नहीं मनना तो गिरफ्तार करके लै आओ। वो मनुख दोबारा गया, सतगुरु सच्चे पातशाह जी नूं कहण लगा कि नवाब का हुक्म है, जे भली चाहुंदे हो तो इदां ही सुख आराम दे नाल चले जाओ, नहीं तुहानूं गिरफ्तार करके ले जांदा जावेगा। तो सतगुरु सच्चे पातशाह जी मुस्करा पे कि जग के लोग किन्ने भोले भाले है, किवें होमे हंकार दे बोले धन माया प्रभुता दे मत दे विच बोलदे आ। सतगुरु पातशाह जी दे नाल आ गए, आके नमस्कार ना कीती नवाब नूं। नवाब अगों होर खिज गया कि तुसीं मेरे सद्दे उत्ते पहलां आए क्यों नहीं। तो सतगुरु जी कहण लगे कि नवाब साहब जदों असीं तुहाडे नौकर सी, तुहाडे मोदीखाने विच काम करदे सी, तुहाडा हर हुक्म मनना साडा फर्ज बनदा सी ते ओह फर्ज नूं असीं निभाया भी है। पर हुण असीं
ਤੁਹਾਡੇ ਕੋਲੋਂ ਨੌਕਰੀ ਛੱਡ ਦਿੱਤੀ ਹੈ, ਮੋਦੀ ਖਾਨੇ ਦਾ ਕੰਮਕਾਰ ਤਿਆਗ ਦਿੱਤਾ ਹੈ, ਜਿਸ ਕਰਕੇ ਅਸੀਂ ਤੁਹਾਡੇ ਨੌਕਰ ਨਹੀਂ, ਤੁਹਾਡਾ ਹੁਕਮ ਮੰਨਣਾ ਸਾਡੇ ਲਈ ਕੋਈ ਜ਼ਰੂਰੀ ਨਹੀਂ। ਅਸੀਂ ਇੱਕ ਖੁਦਾ ਦੇ ਚਾਕਰ ਹੋ ਗਏ ਹਾਂ, ਜਿਸ ਕਰਕੇ ਅਸੀਂ ਰੱਬ ਦਾ ਹੀ ਹੁਕਮ ਮੰਨਦੇ ਹਾਂ। ਸਾਡੀ ਮਰਜ਼ੀ, ਸਾਡੀ ਮੌਜ ਹੈ, ਅਸੀਂ ਤੁਹਾਡੇ ਕਹੇ ਆਈਏ ਜਾਂ ਨਾ ਆਈਏ। ਉਹ ਮਾਇਆ ਵਾਲੀ ਗੱਲ ਜਿਹੜੀ ਸੀ ਉਹ ਤਾਂ ਪਛਾਣ ਰਹਿ ਗਈ। ਨਵਾਬ ਨੇ ਦੇਖਿਆ ਕਿ ਇਹਨਾਂ ਨੇ ਮੇਰਾ ਸਤਿਕਾਰ ਨਹੀਂ ਕੀਤਾ, ਬੜਾ ਗੁੱਸੇ ਵਿੱਚ ਆ ਕੇ ਕਹਿਣ ਲੱਗਾ, ਮੈਂ ਤੁਹਾਡੇ ਬਾਰੇ ਸੁਣਿਆ ਕਿ ਤੁਸੀਂ ਕਹਿੰਦੇ ਹੋ ਰਾਮ ਅੱਲਾ ਖੁਦਾ ਇੱਕੋ ਹੀ ਹੈ, ਹਿੰਦੂ ਮੁਸਲਮਾਨ ਦੇ ਵਿੱਚ ਕੋਈ ਭੇਦ ਨਹੀਂ ਹੈ, ਸਾਰੇ ਖੁਦਾ ਦੀ ਖਲਕਤ ਹੈ। ਜੇ ਸਭ ਨੂੰ ਇੱਕੋ ਜਿਹਾ ਜਾਣਦੇ ਹੋ ਤੇ ਚੱਲੋ ਮੇਰੇ ਨਾਲ ਸਾਡੀ ਮਸਜਿਦ ਦੇ ਵਿੱਚ ਫਿਰ ਨਮਾਜ਼ ਪੜ੍ਹ ਕੇ ਦਿਖਾਓ। ਕਿਉਂਕਿ ਸ਼ਾਤਰ ਬੰਦੇ, ਰਾਜਨੀਤਿਕ ਬੰਦੇ ਜਿਹੜੇ ਹੁੰਦੇ ਆ ਨਾ, ਇਹ ਸਾਧ ਸੰਗਤ ਜੀ ਮੁੱਦੇ ਨੂੰ ਹੋਰ ਪਾਸੇ ਭਟਕਾਉਣ ਦੇ ਵਿੱਚ ਬੜੇ ਮਾਹਰ ਹੁੰਦੇ ਆ। ਇਹਨੇ ਸੋਚਿਆ ਕਿ ਜੇ ਇਹ ਨਹੀਂ ਜਾਣਗੇ ਤੇ ਫਿਰ ਮੇਰੀ ਲੱਤ ਉੱਤੇ ਹੋਵੇਗੀ, ਮੈਂ ਕਹਾਂਗਾ ਵੀ ਇਹ ਐਵੇਂ ਕਹਿਣ ਕਥਨ ਦੀਆਂ ਗੱਲਾਂ ਇਹਨਾਂ ਦੀਆਂ, ਇਹ ਰਾਮ ਨੂੰ ਅਲੱਗ ਮੰਨਦੇ ਆ, ਖੁਦਾ ਨੂੰ ਅਲੱਗ ਮੰਨਦੇ ਆ। ਤੇ ਜੇ ਜਾਣਗੇ ਉੱਥੇ ਨਮਾਜ਼ ਪੜ੍ਹਨਗੇ, ਫਿਰ ਇਹਨਾਂ ਦਾ ਜਿਹੜਾ ਸਨਾਤਨੀ ਹਿੰਦੂ ਧਰਮ ਹੈ, ਖੱਤਰੀਆਂ ਦਾ ਜਨਮ ਹੈ, ਉਹ ਨਹੀਂ ਰਹੇਗਾ। ਸਾਰੇ ਇਹਨਾਂ ਦੇ ਜਿਹੜੇ ਫਿਰਕੇ ਦੇ ਲੋਕ ਹੈ ਇਹਨਾਂ ਨਾਲ ਨਾਰਾਜ਼ ਹੋ ਜਾਣਗੇ, ਇਹਨਾਂ ਨੂੰ ਛੇਕ ਦੇਣਗੇ ਤੇ ਮੈਂ ਇਹਨਾਂ ਨੂੰ ਮੁਸਲਮਾਨ ਬਣਾ ਲਵਾਂਗਾ। ਇਹ ਸੋਚ ਕੇ ਨਵਾਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਮਸਜਿਦ ਵਿੱਚ ਚਲਿਆ ਗਿਆ। ਬਹੁਤ ਸਾਰੇ ਲੋਕਾਂ ਦੀ ਭੀੜ, ਇਹਦੇ ਦਰਬਾਰੀ ਲੋਕ ਵੀ ਉੱਥੇ ਇਕੱਠੇ ਹੋਏ। ਰੌਲਾ ਪੈ ਗਿਆ ਪੂਰੇ ਨਗਰ ਦੇ ਵਿੱਚ ਕਿ ਭੈਣ ਨਾਨਕੀ ਦਾ ਵੀਰ ਮੋਦੀ ਨਾਨਕ ਉਹ ਮੁਸਲਮਾਨ ਹੋਣ ਜਾ ਰਹੇ ਆ, ਨਮਾਜ਼ ਪੜ੍ਹੇਗਾ। ਹਿੰਦੂ ਜਿਹੜੇ ਆ ਉਹ ਬੜੇ ਚਿੰਤਾਤੁਰ ਹੋਏ। ਕੀ ਕਹਿ ਸਕਦੇ ਆ, ਮੁਗਲਾਂ ਦਾ ਰਾਜ ਹੈ, ਨਵਾਬ ਨੂੰ ਕੌਣ ਜਾ ਕੇ ਆਖੇ ਵੀ ਇਸ ਤਰ੍ਹਾਂ ਦਾ ਕਹਿਰ ਨਾ ਕਮਾ, ਧਰਮ ਤਬਦੀਲ ਨਾ ਕਰ। ਕਿਸੇ ਦੀ ਹਿੰਮਤ ਨਹੀਂ ਪੈਂਦੀ। ਉਧਰ ਸਾਰਾ ਪਰਿਵਾਰ ਚਿੰਤਾਤੁਰ ਹੋਇਆ। ਸਭ ਤੋਂ ਵੱਧ ਚਿੰਤਾ ਦੇ ਵਿੱਚ ਭਾਈ ਜੈ ਰਾਮ ਜੀ ਹੈ। ਸਤਿਗੁਰੂ ਜੀ ਦੇ ਪਿਤਾ ਜੀ ਨੂੰ ਕੀ ਜਵਾਬ ਦੇਵਾਂਗਾ, ਸਤਿਗੁਰੂ ਜੀ ਦੀ ਮਾਤਾ ਤ੍ਰਿਪਤਾ ਜੀ ਨੂੰ ਕੀ ਜਵਾਬ ਦੇਵਾਂਗਾ ਵੀ ਇਹ ਕੰਮ ਵਾਸਤੇ ਮੈਂ ਇੱਥੇ ਸੁਲਤਾਨਪੁਰ ਲੈ ਕੇ ਆਇਆ ਸੀ ਕਿ ਉਹ ਆਪਣਾ ਧਰਮ ਛੱਡ ਕੇ ਮੁਸਲਮਾਨ ਬਣ ਜਾਣ। ਔਰ ਇਹਨਾਂ ਦੇ ਸੱਸ ਸਹੁਰਾ ਜਿਨ੍ਹਾਂ ਦਾ ਸੁਭਾਅ ਬੜਾ ਗਰਮ ਹੈ, ਚੰਦੋ ਰਾਣੀ ਤੇ ਭਾਈ ਮੂਲੇ ਚੋਣੇ ਨੂੰ ਕੀ ਜਵਾਬ ਦੇਵਾਂਗਾ। ਉਹ ਤਾਂ ਪਹਿਲਾਂ ਹੀ ਸਿੱਧੇ ਮੂੰਹ ਗੱਲ ਨਹੀਂ ਕਰਦੇ, ਬੜੇ ਗੁੱਸੇਖੋਰ ਹੈ। ਬੜੇ ਚਿੰਤਾ ਦੇ ਵਿੱਚ ਭਾਈ ਜੈ ਰਾਮ ਜੀ ਘਰ ਦੇ ਅੰਦਰ ਹੀ ਲੁਕ ਕੇ ਬੈਠ ਗਏ। ਭੈਣ ਨਾਨਕੀ ਨੇ ਚਿੰਤਾ ਦਾ ਕਾਰਨ ਪੁੱਛਿਆ ਤਾਂ ਸਾਰੀ ਗੱਲ ਦੱਸੀ। ਉਸ ਵੇਲੇ ਭੈਣ ਨਾਨਕੀ ਜੀ ਆਪਣੇ ਪਤੀ ਜੈ ਰਾਮ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ, ਮੇਰੇ ਵੀਰ ਉਹ ਕੋਈ ਆਮ ਮਨੁੱਖ ਨਹੀਂ ਹਨ, ਉਹ ਖੁਦਾ ਦਾ ਰੂਪ ਹਨ। ਅਕਾਲ ਪੁਰਖ ਵਾਹਿਗੁਰੂ ਨੇ ਆਪ ਭਗਤੀ ਸਰੂਪ ਹੋ ਕੇ ਨਾਨਕ ਰੂਪ ਦੇ ਵਿੱਚ ਸੰਸਾਰ ਦੇ ਉੱਤੇ ਆਉਣਾ ਕੀਤਾ ਹੈ। ਉਹ ਹਰ ਪ੍ਰਕਾਰ ਕਰਕੇ ਹਰ ਇੱਕ ਦੀ ਤਸੱਲੀ ਕਰਾ ਕੇ ਆਉਣਗੇ। ਇਹਨਾਂ ਨੂੰ ਹਰਾ ਕੇ ਥੋੜ੍ਹੇ ਸਮੇਂ ਵਿੱਚ ਘਰ ਆਏ ਜਾਣ। ਫਿਰ ਵੀ ਜੇ ਤੁਹਾਡੇ ਮਨ ਵਿੱਚ ਬਹੁਤੀ ਚਿੰਤਾ ਹੈ ਤਾਂ ਜਿਹੜਾ ਆਪਣਾ ਨਿੱਧਾ ਪੁਰੋਹਿਤ ਹੈ ਇਹਨੂੰ ਭੇਜ ਦਿਓ, ਉੱਥੇ ਜਾ ਕੇ ਖਬਰਸਾਰ ਲੈ ਆਵੇ। ਭਾਈ ਜੈ ਰਾਮ ਜੀ ਨੇ ਨਿੱਧੇ ਪੁਰੋਹਿਤ ਨੂੰ ਭੇਜਿਆ। ਭੀੜ ਨੂੰ ਚੀਰਦਾ ਹੋਇਆ ਮਸਜਿਦ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਭੀੜ ਬਹੁਤੀ ਸੀ। ਸਾਹਮਣੇ ਤਾਂ ਜਾ ਖੜਾ ਹੋਇਆ ਜਿੱਥੋਂ ਸਤਿਗੁਰੂ ਜੀ ਨਜ਼ਰ ਆਉਂਦੇ ਹੈ, ਪਰ ਨੇੜੇ ਨਾ ਪਹੁੰਚ ਸਕਿਆ। ਇਧਰ ਨਮਾਜ਼ ਸ਼ੁਰੂ ਹੋ ਗਈ। ਉਜੂ ਸਾਜ ਕੇ ਗੁਸਲ ਕਰਕੇ ਆਪਣਾ ਮੂੰਹ ਹੱਥ ਧੋ ਕੇ 5 ਇਸ਼ਨਾਨਾ ਕਰਕੇ ਨਵਾਬ ਨੇ ਤੇ ਕਾਜੀ ਨੇ ਬਾਕੀ ਮੁਸਲਮਾਨਾਂ ਦੇ ਸਮੇਤ ਨਮਾਜ਼ ਅਦਾ ਕਰਨੀ ਸ਼ੁਰੂ ਕੀਤੀ। ਝੁੱਕ ਕੇ ਮੱਥਾ ਟੇਕਦੇ ਆ, ਕੰਨਾਂ ਨੂੰ ਹੱਥ ਲਾਉਂਦੇ ਆ, ਗੋਡੇ ਭਾਰ ਹੁੰਦੇ ਆ। ਜਿਵੇਂ ਮੁਸਲਮਾਨ ਵੀਰਾਂ ਦਾ ਉਹਨਾਂ ਦਾ ਵਿਧੀ ਵਿਧਾਨ ਹੈ, ਜਿਵੇਂ ਉਹਨਾਂ ਦੀ ਮਰਿਆਦਾ ਹੈ, ਉਸ ਦੇ ਮੁਤਾਬਕ ਪੱਛਮ ਵਾਲੇ ਪਾਸੇ, ਲਹਿੰਦੇ ਵਾਲੇ ਪਾਸੇ, ਸੂਰਜ ਛਿਪਦੇ ਵਾਲੇ ਪਾਸੇ ਮੂੰਹ ਕਰਕੇ ਮੱਕੇ ਕਾਬੇ ਵੱਲ ਨੂੰ ਇਹਨਾਂ ਨੇ ਨਮਾਜ਼ ਅਦਾ ਕੀਤੀ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੁੱਪਚਾਪ ਇੱਕ ਪਾਸੇ ਖੜ੍ਹੇ ਹੋ ਕੇ ਵੇਖਦੇ ਰਹੇ। ਹੁਣ ਚੱਲਦੀ ਨਮਾਜ਼ ਦੇ ਵਿੱਚੋਂ ਤਾਂ ਨਹੀਂ ਸੀ ਬੋਲ ਸਕਦੇ। ਜਦੋਂ ਨਮਾਜ਼ ਖਤਮ ਹੋਈ ਬੜਾ ਗੁੱਸੇ ਵਿੱਚ ਆ ਕੇ ਨਵਾਬ ਕਹਿਣ ਲੱਗਾ ਕਿ ਤੁਸੀਂ ਤਾਂ ਬੜੇ ਝੂਠੇ ਹੋ, ਐਵੇਂ ਝੂਠ ਬੋਲ ਕੇ ਤੁਸੀਂ ਇੱਥੇ ਆ ਗਏ ਹੋ ਤੇ ਨਮਾਜ਼ ਤਾਂ ਤੁਸੀਂ ਪੜ੍ਹੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਵਚਨ ਕਰਕੇ ਆਏ ਸੀ ਤੁਹਾਡੇ ਨਾਲ ਵੀ ਜੇ ਤੁਸੀਂ ਨਮਾਜ਼ ਪੜ੍ਹੋਗੇ ਤਾਂ ਅਸੀਂ ਨਮਾਜ਼ ਪੜ੍ਹਾਂਗੇ। ਸਤਿਗੁਰੂ ਕਹਿੰਦੇ ਤੁਸੀਂ ਨਹੀਂ ਪੜ੍ਹੀ ਨਮਾਜ਼ ਤੇ ਮੈਂ ਵੀ ਨਹੀਂ ਪੜ੍ਹੀ। ਕਹਿੰਦੇ ਲੈ ਹੈ ਫਿਰ ਹੋਰ ਪੁੱਠੀ ਗੱਲ ਕਰਦੇ ਆ।
ਕਹਿੰਦੇ ਸਾਰੇ ਲੋਕਾਂ ਦੇ ਸਾਹਮਣੇ ਮੈਂ ਨਮਾਜ਼ ਪੜ੍ਹੀ ਆ, ਕਾਜੀ ਸਾਹਿਬ ਨੂੰ ਪੁੱਛ ਲਓ ਨਾਲ ਸੀ ਮੇਰੇ, ਹੋਰ ਜਿੰਨੇ ਮਸਜਿਦ ਦੇ ਵਿੱਚ ਮੁਸਲਮਾਨ ਇਕੱਠੇ ਹੋਏ ਸਭ ਨੂੰ ਪਤਾ ਮੈਂ ਨਮਾਜ਼ ਪੜ੍ਹੀ ਆ, ਸਿਰ ਝੁਕਾਇਆ, ਸਜਦਾ ਕੀਤਾ ਖੁਦਾ ਨੂੰ, ਅੱਲਾਹ ਤਾਲਾ ਨੂੰ। ਤੁਸੀਂ ਕਿਵੇਂ ਕਹਿ ਸਕਦੇ ਹੋ ਨਮਾਜ਼ ਨਹੀਂ ਪੜ੍ਹੀ? ਸਤਿਗੁਰੂ ਸੱਚੇ ਪਾਤਸ਼ਾਹ ਨੇ ਨਵਾਬ ਦੇ ਦਿਲ ਦੀ ਗੱਲ ਜਾਣਦਿਆਂ ਹੋਇਆ, ਅੰਤਰਜਾਮੀ ਹਨ ਸਤਿਗੁਰੂ ਜੀ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਉਹਦਾ ਪਾਜ ਉਘੇੜ ਦਿੱਤਾ। ਕਹਿਣ ਲੱਗੇ ਨਵਾਬ ਸਾਹਿਬ ਤੁਹਾਡਾ ਤਨ, ਤੁਹਾਡਾ ਸਰੀਰ ਤਾਂ ਇੱਥੇ ਹਾਜ਼ਰ ਸੀ, ਪਰ ਤੁਹਾਡਾ ਮਨ ਤਾਂ ਕੰਧਾਰ ਦੇ ਵਿੱਚ ਜਿੱਥੇ ਘੋੜਿਆਂ ਦੀ ਮੰਡੀ ਲੱਗੀ ਹੋਈ ਹੈ, ਵਧੀਆ ਤੇਜ਼ ਚਾਲ ਵਾਲੇ, ਤੇਜ਼ ਗਤੀ ਵਾਲੇ ਘੋੜਿਆਂ ਨੂੰ ਖਰੀਦਣ ਦੇ ਵਿੱਚ ਮਸ਼ਰੂਫ ਸੀ। ਤੁਹਾਡਾ ਮਨ ਇੱਥੇ ਹਾਜ਼ਰ ਨਹੀਂ ਸੀ, ਤਨ ਕਰਕੇ ਤੁਸੀਂ ਮਸੀਤ ਵਿੱਚ ਹਾਜ਼ਰ ਸੀ। ਜਦੋਂ ਨਵਾਬ ਨੇ ਆਹ ਗੱਲ ਸੁਣੀ ਬੜਾ ਹੈਰਾਨ ਰਹਿ ਗਿਆ ਵੀ ਵਾਕਈ ਮੇਰਾ ਮਨ ਹਾਜ਼ਰ ਨਹੀਂ ਸੀ, ਮੇਰੇ ਮਨ ਦੀ ਗੱਲ ਦੱਸ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਉੱਤੇ ਸ਼ਰਧਾ ਭਾਵਨਾ ਆ ਗਈ। ਕੋਲੋਂ ਹੀ ਕਾਜੀ ਬੋਲਿਆ, ਕਹਿਣ ਲੱਗਾ ਮਹਾਰਾਜ ਤੁਸੀਂ ਆ ਕਿਹੜੀਆਂ ਗੱਲਾਂ ਕਰਦੇ ਹੋ? ਨਵਾਬ ਸਾਹਿਬ ਦੀ ਹਜ਼ੂਰੀ ਵਿੱਚ ਖੜ੍ਹ ਕੇ ਝੂਠ ਬੋਲੀ ਜਾਂਦੇ ਹੋ। ਨਵਾਬ ਸਾਹਿਬ ਨੇ ਮੇਰੇ ਨਾਲ ਨਮਾਜ਼ ਪੜ੍ਹੀ ਹੈ। ਉਸ ਵੇਲੇ ਨਵਾਬ ਬੋਲ ਉੱਠਿਆ, ਕਹਿਣ ਲੱਗਾ ਕਾਜੀ ਸਾਹਿਬ ਜੋ ਇਹਨਾਂ ਨੇ ਕਿਹਾ ਬਿਲਕੁਲ ਸੱਚ ਹੈ, ਮੇਰਾ ਮਨ ਇੱਥੇ ਹਾਜ਼ਰ ਨਹੀਂ ਸੀ। ਵਾਕਈ ਕਾਬਲ ਕੰਧਾਰ ਦੀ ਮੰਡੀ ਵਿੱਚ ਮੈਂ ਘੋੜਿਆਂ ਦੀ ਖਰੀਦੋ ਫਰੋਖਤ ਕਰਦਾ ਫਿਰਦਾ ਸੀ, ਮਨ ਕਰਕੇ ਤਾਂ ਨਹੀਂ ਹਾਜ਼ਰ ਸੀ। ਉਸ ਵੇਲੇ ਕਾਜੀ ਉਹ ਸਵਾ ਸੇਰ ਹੋ ਨਿਬੜਿਆ। ਕਹਿਣ ਲੱਗਾ ਜੀ ਜੇ ਨਵਾਬ ਸਾਹਿਬ ਨੇ ਨਮਾਜ਼ ਨਹੀਂ ਪੜ੍ਹੀ ਤਾਂ ਘੱਟੋ ਘੱਟ ਮੇਰੇ ਨਾਲ ਪੜ੍ਹ ਲੈਂਦੇ, ਮੈਂ ਤਾਂ ਨਮਾਜ਼ ਪੜ੍ਹੀ ਹੈ, ਸਾਰੇ ਲੋਕਾਂ ਨੇ ਮੇਰੇ ਨਾਲ ਪੜ੍ਹੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਕਾਜੀ ਸਾਹਿਬ ਢਕੇ ਰਹੋ, ਕਿਉਂ ਤੁਸੀਂ ਆਪਣੇ ਪਰਦੇ ਜ਼ਾਹਰ ਕਰਵਾਉਂਦੇ ਹੋ? ਤੁਸੀਂ ਧਰਮ ਦੇ ਮੁਖੀ ਹੋ, ਲੋਕਾਂ ਵਿੱਚ ਪਰਦਾ ਬਣਿਆ ਹੋਇਆ, ਜੇ ਸਾਰਿਆਂ ਦੇ ਸਾਹਮਣੇ ਦੱਸਾਂਗਾ ਤੁਹਾਡੀ ਨਰਾਦਰੀ ਹੋਵੇਗੀ, ਮੈਂ ਚਾਹੁੰਦਾ ਨਹੀਂ। ਉਹ ਅੱਗੋਂ ਹੋਰ ਔਖਾ ਹੋ ਤੁਰਿਆ, ਕਹਿੰਦਾ ਜੀ ਦੱਸ ਦਿਓ ਕੀ ਦੱਸਣਾ ਚਾਹੁੰਦੇ ਹੋ ਮੇਰੇ ਬਾਰੇ? ਸਾਰੇ ਲੋਕ ਗਵਾਹ ਹੈ, ਨਵਾਬ ਸਾਹਿਬ ਗਵਾਹ ਹੈ ਕਿ ਮੈਂ ਨਮਾਜ਼ ਪੜ੍ਹੀ ਆ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਕਾਜੀ ਸਾਹਿਬ ਪੁੱਛਦੇ ਆ ਤਾਂ ਸੁਣੋ। ਫਿਰ ਕਹਿੰਦੇ ਨਵਾਬ ਸਾਹਿਬ ਤਾਂ ਕਾਬਲ ਕੰਧਾਰ ਦੀ ਮੰਡੀ ਵਿੱਚ ਘੋੜੇ ਖਰੀਦਦੇ ਫਿਰਦੇ ਸੀ ਮਨ ਕਰਕੇ, ਅਤੇ ਤੁਹਾਡਾ ਮਨ ਘਰੇ ਗੇੜੇ ਦਿੰਦਾ ਫਿਰਦਾ ਸੀ। ਕਿੱਥੇ? ਕਹਿੰਦੇ ਤੁਹਾਡੇ ਘਰ ਅੱਜ ਸਵੇਰੇ ਘੋੜੀ ਨੇ ਵਛੇਰੇ ਨੂੰ ਜਨਮ ਦਿੱਤਾ, ਅਤੇ ਤੁਹਾਡੇ ਘਰ ਦੇ ਵਿੱਚ ਇੱਕ ਡੂੰਘਾ ਟੋਆ, ਤੁਹਾਡਾ ਮਨ ਉਹ ਵਛੇਰੇ ਦੀ ਸੰਭਾਲ ਵਿੱਚ ਲੱਗਿਆ ਹੋਇਆ ਸੀ, ਕਿਤੇ ਵਛੇਰਾ ਡੂੰਘੇ ਟੋਏ ਵਿੱਚ ਨਾ ਡਿੱਗ ਪਵੇ। ਜਿੰਨਾ ਜਿੰਨਾ ਵਛੇਰਾ ਭੱਜਦਾ ਸੀ ਉਹਨਾਂ ਉਹਨਾਂ ਤੁਹਾਡਾ ਮਨ ਉਹਦੇ ਨਾਲ ਭੱਜਦਾ ਸੀ। ਤੁਸੀਂ ਕਿਹੜਾ ਇੱਥੇ ਹਾਜ਼ਰ ਸੀ? ਕਾਜੀ ਨੇ ਜਦੋਂ ਆਹ ਗੱਲ ਸੁਣੀ ਨੀਵੀਂ ਪਾ ਲਈ। ਨਵਾਬ ਕੋਲੋਂ ਕਹਿਣ ਲੱਗਾ, ਕਹਿੰਦਾ ਕਾਜੀ ਸਾਹਿਬ ਜੋ ਗੱਲ ਸੱਚ ਹੈ ਉਹ ਸੱਚ ਸੱਚ ਦੱਸ ਦਿਓ, ਝੂਠ ਨਾ ਬੋਲਿਓ, ਕਿਉਂਕਿ ਪੀਰਾਂ ਦੇ ਪੀਰ ਹੈ। ਮੈਂ ਇਹਨਾਂ ਨੂੰ ਤਨ ਕਰਕੇ ਮਨ ਕਰਕੇ ਮੰਨ ਗਿਆ ਕਿ ਖੁਦਾ ਦਾ ਸਰੂਪ ਹੈ, ਇਹਨਾਂ ਅੱਗੇ ਝੂਠ ਬੋਲਣਾ ਹੁਣ ਸ਼ੋਭਾ ਨਹੀਂ ਦਿੰਦਾ। ਪਾਪਾਂ ਦੇ ਭਾਗੀ, ਆਪਾਂ ਐਵੇਂ ਨਰਕਗਾਮੀ ਹੋਵਾਂਗੇ, ਬਹਿਸ਼ਤ ਨਹੀਂ ਮਿਲੇਗੀ, ਬਲਕਿ ਅਸੀਂ ਜਿਹੜੇ ਨਰਕਾਂ ਦੇ ਵਿੱਚ ਜਾਵਾਂਗੇ ਜੇ ਝੂਠ ਬੋਲੀਏ। ਸੱਚ ਦੱਸੋ। ਉਸ ਵੇਲੇ ਕਾਜੀ ਨੇ ਵੀ ਹੱਥ ਜੋੜ ਲਏ, ਕਹਿੰਦਾ ਮਹਾਰਾਜ ਗੱਲ ਤਾਂ ਤੁਹਾਡੀ ਠੀਕ ਹੈ, ਮੇਰਾ ਮਨ ਵੀ ਇੱਥੇ ਹਾਜ਼ਰ ਨਹੀਂ ਸੀ। ਵਾਕਈ ਤੁਹਾਡੀ ਗੱਲ ਹੈ, ਮੇਰਾ ਮਨ ਤਾਂ ਘਰੇ ਵਛੇਰਾ ਹੀ ਸਾਂਭਦਾ ਫਿਰਦਾ ਸੀ। ਮਸੀਤ ਵਿੱਚ ਜਿੰਨੇ ਲੋਕ ਇਕੱਠੇ ਹੋਏ ਸੀ ਸਾਰੇ ਹੱਸ ਪਏ, ਕਿਉਂਕਿ ਪਖੰਡ ਉਗੜ ਗਿਆ ਵੀ ਕਾਜੀ ਨਵਾਬ ਲੋਕਾਂ ਨੂੰ ਤਾਂ ਕਹਿੰਦੇ ਆ ਨਮਾਜ਼ਾਂ ਦੇ ਨਾਲ ਜੁੜੋ ਪੜ੍ਹੋ, ਆਪਣਾ ਇਹਨਾਂ ਦਾ ਮਨ ਹਾਜ਼ਰ ਨਹੀਂ। ਅਤੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਧੰਨ ਧੰਨ ਕਰਨ ਲੱਗ ਪਏ ਵੀ ਵਾਕਈ ਅੰਤਰਜਾਮੀ ਹੈ। ਉਸ ਵੇਲੇ ਨਵਾਬ ਨੇ ਆਖਿਆ, ਕਹਿੰਦਾ ਮਹਾਰਾਜ ਮੈਂ ਬਹੁਤ ਚਿਰ ਦਾ ਤੁਹਾਡੇ ਨਾਲ ਵਾਹ ਪਾਇਆ ਹੋਇਆ ਵਾਸਤਾ, ਤੁਹਾਡੇ ਨਾਲ ਤੁਸੀਂ ਨੌਕਰੀ ਕਰਦੇ ਸੀ, ਪਤਾ ਨਹੀਂ ਹੁਣ ਤੱਕ ਕੀ ਮੰਦਾ ਚੰਗਾ ਤੁਹਾਨੂੰ ਬੋਲਿਆ ਹੋਵੇਗਾ। ਸਾਰੀਆਂ ਗਲਤੀਆਂ ਦੀ ਮਾਫੀ ਦਿਓ ਅਤੇ ਮੈਨੂੰ ਸ਼ੁਭ ਉਪਦੇਸ਼ ਦਿਓ ਜਿਸ ਕਰਕੇ ਮੇਰੇ ਜੀਵਨ ਦਾ ਪਾਰ ਉਤਾਰਾ ਹੋ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ੁਭ ਉਪਦੇਸ਼ ਦਿੱਤਾ, ਭਾਈ ਧਰਮ ਦੀ ਕਿਰਤ ਕਰੋ, ਕਿਸੇ ਦਾ ਮਾੜਾ ਨਾ ਕਰੋ, ਆ ਇਨਸਾਫ ਦੀ ਕੁਰਸੀ ਮਿਲੀ ਹੈ, ਰਾਜੇ ਹੋ, ਅਤੇ ਨਿਆਂ ਕਰੋ ਪ੍ਰਜਾ ਦੇ ਨਾਲ ਸੱਚਾ, ਔਰ ਮਨ ਕਰਕੇ ਹਾਜ਼ਰੀ ਭਰੋ, ਸਿਰਫ ਤਨ ਕਰਕੇ ਨਾ ਧਰਮ ਸਥਾਨਾਂ ਦੇ ਉੱਤੇ ਹਾਜ਼ਰੀ ਹੋਵੇ ਕਿ ਤਨ ਕਰਕੇ ਤਾਂ ਬੈਠੇ ਆ, ਮਨ ਕਿਤੇ ਹੋਰ ਉਡਾਰੀਆਂ ਮਾਰਦਾ ਫਿਰਦਾ। ਚਾਹੇ ਗੁਰਦੁਆਰੇ, ਚਾਹੇ ਮੰਦਰ, ਮਸੀਤ, ਗਿਰਜਾ ਘਰ, ਜਿੱਥੇ ਵੀ ਜਾਓ, ਜਿਸ ਵੀ ਧਰਮ ਨੂੰ ਮੰਨਦੇ ਹੋ, ਉੱਥੇ ਤਨ ਦੇ ਨਾਲ ਨਾਲ ਮਨ ਦੀ ਹਾਜ਼ਰੀ ਵੀ ਜ਼ਰੂਰੀ ਹੈ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਨਵਾਬ ਨੇ ਵੀ, ਕਾਜੀ ਨੇ ਵੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਉਪਦੇਸ਼ ਦੇ ਕੇ ਉੱਥੋਂ ਮਸੀਤ ਦੇ ਵਿੱਚੋਂ ਵਾਪਸ ਆ ਗਏ। ਲੋਕਾਂ ਦਾ ਵੀ ਹੌਸਲਾ ਟਿਕ ਗਿਆ, ਹਿੰਦੂ ਲੋਕਾਂ ਦਾ, ਜਿਹੜੇ ਸੋਚਦੇ ਸੀ ਕਿ ਅੱਜ
ਜੇ ਇਹਨਾਂ ਨੂੰ ਮੁਸਲਮਾਨ ਬਣਾ ਲਿਆ ਤੇ ਹੌਲੀ ਹੌਲੀ ਬਾਦਸ਼ਾਹ ਨੂੰ ਆਦਤ ਪੈ ਜਾਊਗੀ, ਹਰੇਕ ਨੂੰ ਮੁਸਲਮਾਨ ਬਣਾਵੇਗਾ, ਹਿੰਦੂ ਨੂੰ। ਉਹਨਾਂ ਦੇ ਮਨ ਨੂੰ ਹੌਸਲਾ ਮਿਲਿਆ। ਨਿੱਧਾ ਪੰਡਤ ਸੀ ਜਿਹੜਾ, ਇਹ ਸਾਰਾ ਕੌਤਕ ਲੋਕਾਂ ਤੋਂ ਸੁਣ ਕੇ, ਕਿਉਂਕਿ ਅੰਦਰ ਤਾਂ ਜਾ ਨਹੀਂ ਸਕਿਆ, ਦੇਖ ਨਹੀਂ ਸਕਿਆ, ਜਲਦੀ ਦੇ ਨਾਲ ਘਰ ਆਇਆ। ਸਾਰੀ ਗੱਲਬਾਤ ਜਿਵੇਂ ਆ ਕੇ ਭਾਈ ਜੈ ਰਾਮ ਜੀ ਨੂੰ, ਬੇਬੇ ਨਾਨਕੀ ਜੀ ਨੂੰ ਦੱਸਦਾ ਹੈ, ਉਹ ਪ੍ਰਸੰਗ ਅੱਗੇ ਆ ਰਿਹਾ ਹੈ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸੁਣ ਨਿੱਧਾ ਬਿਰਬਲ ਸ਼ਬਦ। ਨਿੱਧਾ ਜਿਹੜਾ ਸ੍ਰੇਸ਼ਟ ਪੰਡਤ ਬ੍ਰਾਹਮਣ ਹੈ, ਇਹ ਸਾਰੀ ਗੱਲਬਾਤ ਸੁਣ ਕੇ, ਸਾਰੀ ਖਬਰਸਾਰ ਲੈ ਕੇ ਬੜੇ ਜਲਦੀ ਦੇ ਨਾਲ ਧਾ ਕੇ ਦੌੜ ਕੇ ਇਹ ਖਬਰ ਦੇਣ ਵਾਸਤੇ ਘਰ ਪਹੁੰਚਿਆ। ਕਿੱਥੇ ਜਾ ਪਹੁੰਚਿਆ? ਜਿੱਥੇ ਬੇਬੇ ਨਾਨਕੀ ਦੇ ਘਰੇ ਸਾਰਾ ਪਰਿਵਾਰ ਬੜਾ ਦੁੱਖ ਦੇ ਵਿੱਚ ਹੈ, ਬੜਾ ਦੁਖੀ ਹੋਇਆ ਬੈਠਾ ਹੈ, ਤੇ ਸਾਰੇ ਬਾਹਰ ਨਹੀਂ ਜਾਂਦੇ, ਘਰ ਦੇ ਵਿੱਚ ਹੀ ਬੈਠੇ ਹਨ। ਆ ਕੇ ਕਹਿਣ ਲੱਗਾ, ਜਜਮਾਨ ਜੀ ਸਭ ਕੁਸ਼ਲ ਖੇਮ ਹੈ, ਵਧਾਈਆਂ ਹੋਣ, ਤੁਹਾਨੂੰ ਸੁੱਖ ਪ੍ਰਾਪਤ ਹੋਇਆ ਹੈ। ਕਹਿਣ ਲੱਗਾ, ਹੁਣ ਚਿੰਤਾ ਵਿੱਚ ਨਾ ਰਹੋ, ਹਿਰਦੇ ਦਾ ਜਿਹੜਾ ਭਰਮ ਹੈ ਇਹਨੂੰ ਹਰ ਦਿਓ, ਦੂਰ ਕਰ ਦਿਓ, ਮਨ ਵਿੱਚ ਖੁਸ਼ ਹੋ ਲਓ, ਕਿਉਂਕਿ ਤੁਹਾਡਾ ਹੁਣ ਅਪਜਸ ਨਹੀਂ, ਨਿੰਦਿਆ ਨਹੀਂ ਲੋਕਾਂ ਵਿੱਚ ਹੋ ਰਹੀ, ਬਲਕਿ ਸਾਰੇ ਲੋਕਾਂ ਦੇ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਦੀ ਤੇ ਤੁਹਾਡੀ ਉਸਤਤ ਹੋ ਰਹੀ, ਜਸ ਹੋ ਰਿਹਾ, ਵਡਿਆਈ ਹੋ ਰਹੀ ਹੈ। ਜਦੋਂ ਕੰਨਾਂ ਦੇ ਨਾਲ ਸਾਧ ਸੰਗਤ ਜੀ ਆਹ ਵਚਨ ਸੁਣੇ, ਅੰਮ੍ਰਿਤ ਸਰੀਖੇ, ਬੜੀ ਖੁਸ਼ੀ ਦੀ ਖਬਰ ਸੁਣੀ। ਜਿਵੇਂ ਕੰਨਾਂ ਰੂਪੀ ਡੂਨਿਆਂ ਦੇ ਨਾਲ ਜਦੋਂ ਆਹ ਵਚਨ ਅੰਦਰ ਲੰਘਾਏ, ਜਿਵੇਂ ਅੰਮ੍ਰਿਤ ਪੀ ਕੇ, ਅੰਮ੍ਰਿਤ ਛਕ ਕੇ ਕਿਸੇ ਦੀ ਪਿਆਸ ਨਹੀਂ ਬੁਝਦੀ ਹੁੰਦੀ ਨਾ, ਤੇ ਇਸੇ ਤਰ੍ਹਾਂ ਜੈ ਰਾਮ ਨੂੰ ਪੂਰੀ ਤਸੱਲੀ ਨਾ ਹੋਈ। ਪੁੱਛਣ ਲੱਗਾ ਕਿ ਮੈਨੂੰ ਸਾਰੀ ਗੱਲ ਖੋਲ ਕੇ ਦੱਸੋ। ਕਹਿਣ ਲੱਗਾ, ਬ੍ਰਾਹਮਣ ਜੀ ਜਿਵੇਂ ਸਾਰਾ ਵਾਕਿਆਤ ਉੱਥੇ ਵਾਪਰਿਆ ਉਹ ਸਾਰਾ ਖੋਲ ਕੇ ਦੱਸੋ। ਗੁਰੂ ਨਾਨਕ ਦੇਵ ਜੀ ਦਾ ਤੇ ਨਵਾਬ ਦੌਲਤ ਖਾਨ ਦਾ ਆਪਸ ਦੇ ਵਿੱਚ ਕਿਵੇਂ ਨਿਬੇੜਾ ਹੋਇਆ, ਇਹ ਸਾਰੀ ਗੱਲਬਾਤ ਖੋਲ ਕੇ ਦੱਸੋ। ਨਿੱਧਾ ਕਹਿਣ ਲੱਗਾ, ਜੀ ਮੈਂ ਅੰਦਰ ਜਾ ਕੇ ਅੱਖੀਂ ਤਾਂ ਨਹੀਂ ਦੇਖ ਸਕਿਆ, ਪਰ ਬਾਹਰ ਜਿਹੜੀ ਮੈਂ ਗੱਲਬਾਤ ਸੁਣੀ ਹੈ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਨਮਾਜ਼ ਨਹੀਂ ਪੜ੍ਹੀ, ਬਲਕਿ ਅੰਦਰ ਮਸੀਤ ਦੇ ਖੜੇ ਰਹੇ। ਜਦੋਂ ਕਹਿੰਦੇ ਸਾਰੀ ਨਮਾਜ਼ ਅਦਾ ਹੋ ਚੁੱਕੀ ਸੀ, ਉਸ ਤੋਂ ਬਾਅਦ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਅੰਦਰ ਦੀ ਗੱਲ ਦੱਸ ਦਿੱਤੀ ਕਿ ਤੁਸੀਂ ਤਨ ਕਰਕੇ ਹਾਜ਼ਰ ਸੀ, ਮਨ ਕਰਕੇ ਮਸੀਤ ਦੇ ਵਿੱਚ ਹਾਜ਼ਰ ਨਹੀਂ ਸੀ, ਨਮਾਜ਼ ਦੇ ਵਿੱਚ ਤੁਹਾਡੀ ਹਾਜ਼ਰੀ ਨਹੀਂ ਲੱਗੀ, ਇਸ ਕਰਕੇ ਅਸੀਂ ਤੁਹਾਡੇ ਨਾਲ ਨਮਾਜ਼ ਨਹੀਂ ਪੜ੍ਹੀ। ਸਤਿਗੁਰੂ ਦਾ ਸ਼ੁਭ ਉਪਦੇਸ਼ ਲੈ ਕੇ ਇਹ ਗੁਰੂ ਕੇ ਅਨੁਸਾਰੀ ਹੋ ਗਏ, ਸਤਿਗੁਰੂ ਜੀ ਦੇ ਸ਼ਰਧਾਲੂ ਬਣ ਗਏ ਨਵਾਬ ਅਤੇ ਕਾਜੀ ਸਾਹਿਬ, ਤੇ ਉਹਨਾਂ ਨੇ ਸਤਿਗੁਰੂ ਜੀ ਦੀ ਉਸਤਤ ਕੀਤੀ। ਮੈਂ ਮਸੀਤ ਦੇ ਅੰਦਰ ਤਾਂ ਨਹੀਂ ਜਾ ਕੇ ਦੇਖਿਆ, ਪਰ ਬਾਹਰ ਖੜੇ ਨੇ ਇਹ ਗੱਲਬਾਤ ਸੁਣੀ ਲੋਕਾਂ ਤੋਂ। ਜਦੋਂ ਸਾਰੀ ਗੱਲਬਾਤ ਦੱਸ ਦਿੱਤੀ, ਭੈਣ ਨਾਨਕੀ ਜੀ ਸੁਣ ਕੇ ਬੜੇ ਖੁਸ਼ ਹੋਏ ਤੇ ਕਹਿਣ ਲੱਗੇ, ਕਹਿਣ ਲੱਗੇ, ਇਹ ਬ੍ਰਾਹਮਣ ਜੀ ਇਹ ਗੱਲ ਤਾਂ ਚਲੋ ਠੀਕ ਆ, ਬਹੁਤ ਚੰਗਾ ਹੋਇਆ, ਪਰ ਮੇਰੇ ਭਰਾ ਸਤਿਗੁਰੂ ਨਾਨਕ ਦੇਵ ਜੀ ਨੂੰ ਤੁਸੀਂ ਕਿੱਥੇ ਛੱਡ ਆਏ? ਕੀ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਦੇਖਿਆ ਮਸੀਤ ਵਿੱਚੋਂ ਨਿਕਲਦਿਆਂ ਨੂੰ, ਬਾਅਦ ਵਿੱਚ ਉਹ ਕਿੱਧਰ ਨੂੰ ਚਲੇ ਗਏ? ਬ੍ਰਾਹਮਣ ਨਿੱਧਾ ਕਹਿਣ ਲੱਗਾ, ਜੀ ਮੈਂ ਉਹਨਾਂ ਨੂੰ ਨਹੀਂ ਦੇਖਿਆ, ਭੀੜ ਬਹੁਤੀ ਸੀ, ਉਹ ਕਿੱਧਰ ਨੂੰ ਚਲੇ ਗਏ ਮੈਨੂੰ ਇਹਦੀ ਕੋਈ ਖਬਰ ਨਹੀਂ, ਮੈਂ ਤਾਂ ਜਲਦੀ ਨਾਲ ਤੁਹਾਨੂੰ ਇਹ ਗੱਲ ਦੱਸਣ ਵਾਸਤੇ ਪਹੁੰਚ ਗਿਆ ਹਾਂ। ਜਦੋਂ ਜੈ ਰਾਮ ਜੀ ਨੇ ਆਹ ਗੱਲ ਸੁਣੀ ਕਿ ਸਤਿਗੁਰੂ ਨਾਨਕ ਦੇਵ ਜੀ ਨੂੰ ਮਿਲ ਕੇ ਨਹੀਂ ਆਇਆ, ਨਾ ਇਹਨੂੰ ਪਤਾ ਕਿ ਉਹ ਕਿੱਧਰ ਗਏ ਹੈ,
ਬੜਾ ਮਨ ਦੇ ਵਿੱਚ ਗੁੱਸਾ ਆਇਆ ਜੈ ਰਾਮ ਦੇ। ਮੇਰੇ ਖੋਜ ਕਰ ਜੋ ਨਾ ਕੁਛ ਰਤਨ ਤੇ ਲਈ। ਕਹਿਣ ਲੱਗਾ ਤੂੰ ਉਹਨਾਂ ਨੂੰ ਖੋਜ ਕੇ ਲੱਭ ਕੇ ਮਿਲਿਆ ਕਿਉਂ ਨਹੀਂ ਉਹਨਾਂ ਦੀ ਰਾਜੀ ਖੁਸ਼ੀ ਪੁੱਛੀ। ਆਇਓ ਸੁਧ ਬਿਨ ਲੈ ਬਾਤ ਭਲਕ ਨੇ ਪਈ। ਉਹ ਤੂੰ ਬਿਨਾਂ ਉਹਨਾਂ ਦੀ ਖਬਰ ਸਾਰ ਲਈ, ਬਿਨਾਂ ਹਾਲ ਚਾਲ ਪੁੱਛੇ ਹੀ ਆ ਗਿਆ, ਇਹ ਤੇਰੇ ਵਾਸਤੇ ਚੰਗੀ ਗੱਲ ਨਹੀਂ, ਤੂੰ ਚੰਗਾ ਨਹੀਂ ਕੀਤਾ ਬ੍ਰਾਹਮਣਾ। ਉਸ ਵੇਲੇ ਭੈਣ ਨਾਨਕੀ ਜੀ ਕਹਿਣ ਲੱਗੇ ਕਿ ਪਤੀ ਜੀ, ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਫਿਕਰ ਨਾ ਕਰੋ, ਚਿੰਤਾਵਾਂ ਛੱਡ ਦਿਓ। ਕਹਿਣ ਲੱਗੇ ਮਨ ਦੇ ਵਿੱਚ ਸਤਿਗੁਰੂ ਜੀ ਦਾ ਪ੍ਰੇਮ ਧਾਰਨ ਕਰਕੇ ਸ਼ਰਧਾ ਵਿਸ਼ਵਾਸ ਉਹਨਾਂ ਦੇ ਉੱਤੇ ਰੱਖੋ ਤੇ ਕਿਸੇ ਪ੍ਰਕਾਰ ਦਾ ਵੀ ਤੁਸੀਂ ਕੋਈ ਸ਼ੰਕਾ ਨਾ ਰੱਖੋ, ਹਲੇ ਵੀ ਤੁਹਾਡਾ ਸ਼ੰਕਾ ਦੂਰ ਨਹੀਂ ਹੋਇਆ। ਕਹਿਣ ਲੱਗੀ ਉੱਠੋ, ਤੁਸੀਂ ਕਦੋਂ ਦਾ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਹੋਇਆ ਹੈ ਤੇ ਉੱਠ ਕੇ ਭੋਜਨ ਪ੍ਰਸ਼ਾਦਾ ਛਕੋ ਫਿਕਰ ਰਹਿਤ ਹੋ ਕੇ। ਮੇਰੇ ਭਰਾ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਅਵਤਾਰ ਹੈ, ਉਹ ਬੜੇ ਸੁੱਖਾਂ ਦੇ ਸਹਿਤ ਛੇਤੀ ਹੀ ਘਰ ਪਹੁੰਚ ਜਾਣਗੇ। ਇਉਂ ਆਪਸ ਦੇ ਵਿੱਚ ਇਹ ਦੰਪਤੀ, ਇਹ ਜੋੜਾ ਭੈਣ ਨਾਨਕੀ ਜੀ ਸਤਿਗੁਰੂ ਜੀ ਦੇ ਤੇ ਸਤਿਗੁਰੂ ਜੀ ਦੇ ਭਣਵਈਆ ਭਾਈ ਜੈ ਰਾਮ ਜੀ ਗੱਲਾਂ ਬਾਤਾਂ ਕਰ ਰਹੇ ਹਨ। ਹੇਠਾਂ ਜਿਹੜੀ ਤੁਲਸਾ ਦਾਸੀ ਘਰ ਦੇ ਵਿੱਚ ਨੌਕਰਾਣੀ ਹੈ, ਉਹਨੇ ਦੇਖਿਆ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਜੱਗ ਦੇ ਬੰਦਨਾ ਕਰਨੇ ਯੋਗ ਹੈ ਆ ਰਹੇ ਹਨ। ਕਹਿਣ ਲੱਗੀ ਕਮਲ ਵਰਗੇ ਮੁਖ ਵਾਲੇ ਤੁਹਾਡੇ ਭਰਾਤਾ ਜੀ ਘਰ ਦੇ ਵਿੱਚ ਆ ਗਏ ਹਨ ਨਾਨਕੀ ਜੀ। ਜਿਹੜੇ ਸਤਿਗੁਰੂ ਜੀ ਆਨੰਦ ਦੇ ਦਾਤੇ ਹੈ, ਮੁਕਤੀ ਬਖਸ਼ਣ ਵਾਲੇ ਆ, ਦੁੱਖਾਂ ਨੂੰ ਕੱਟਣ ਵਾਲੇ ਹਨ। ਜਦੋਂ ਜੈ ਰਾਮ ਜੀ ਨੇ ਸੁਣਿਆ ਸਤਿਗੁਰੂ ਨਾਨਕ ਦੇਵ ਜੀ ਆ ਰਹੇ ਆ, ਇਹਨਾਂ ਦਾ ਨਾਂ ਸੁਣਦੇ ਹੀ ਜੈ ਰਾਮ ਜੀ ਨੂੰ ਤਾਂ ਜਿਵੇਂ ਮੰਨੋ ਬਈ ਕਿਸੇ ਬਹੁਤ ਸਮੇਂ ਦਾ ਕੋਈ ਰੋਗੀ ਬੰਦਾ ਨਾ, ਉਹਨੂੰ ਅੰਮ੍ਰਿਤ ਮਿਲ ਗਿਆ ਹੋਵੇ, ਉਹ ਠੀਕ ਹੋ ਗਿਆ ਹੋਵੇ ਅੰਮ੍ਰਿਤ ਨੂੰ ਪੀ ਕੇ, ਇਉਂ ਕਹਿੰਦੇ ਇਹਨਾਂ ਨੂੰ ਮਹਿਸੂਸ ਹੋਇਆ ਇਹ ਸੁਣ ਕੇ। ਖੁਸ਼ੀ ਦੇ ਵਿੱਚ ਬੜਾ ਇਹ ਜਿਹੜਾ ਜੈ ਰਾਮ ਆ, ਇਹ ਖੁਸ਼ ਹੋ ਉੱਠਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਉਣਾ ਸੁਣ ਕੇ ਵਲਵਲਾ ਉੱਠਿਆ ਮਨ ਦੇ ਵਿੱਚ, ਖੁਸ਼ੀ ਅੰਗਾਂ ਦੇ ਵਿੱਚ ਨਹੀਂ ਸਮਾ ਰਹੀ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੰਨੀ ਦੇਰ ਦੇ ਵਿੱਚ, ਜਿਨ੍ਹਾਂ ਦੇ ਕੁੰਦ ਰਦਨ ਦੰਦ ਜਿਹੜੇ ਬੜੇ ਮਰਤਬਾਨ ਦੇ ਫੁੱਲ ਵਾਂਗ ਚਿੱਟੇ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੁੱਖਾਂ ਨੂੰ ਕੱਟਣ ਵਾਲੇ ਸੁੱਖਾਂ ਦਾ ਘਰ ਉਨੀ ਦੇਰ ਤੱਕ ਪਹੁੰਚ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਇਆਂ ਅੱਖਾਂ ਦੇ ਨਾਲ ਜਦੋਂ ਇਹਨਾਂ ਨੇ ਤੱਕਿਆ, ਹਿਰਦੇ ਵਿੱਚ ਬੜੀ ਖੁਸ਼ੀ ਹੋਈ। ਸਭ ਪ੍ਰਕਾਰ ਦੇ ਜਿਹੜੇ ਚਿੰਤਾਵਾਂ ਝੋਰੇ ਆ ਉਹ ਦੂਰ ਹੋ ਗਏ। ਸਤਿਗੁਰੂ ਜੀ ਦਾ ਕਮਲ ਵਰਗਾ ਮੁਖੜਾ ਤੱਕ ਕੇ ਇਹਨਾਂ ਦੋਵਾਂ ਦੰਪਤੀ ਜੋੜੇ ਨੇ, ਭਾਈ ਜੈ ਰਾਮ ਜੀ ਨੇ, ਬੀਬੀ ਨਾਨਕੀ ਜੀ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ। ਚਿੰਤਾ ਜਿਹੜਾ ਫਿਕਰ ਸੀ ਮਨ ਦੇ ਵਿੱਚ, ਉਹ ਚਿੱਤ ਤੋਂ ਖੀਨ ਹੋ ਗਿਆ, ਨਾਸ਼ ਹੋ ਗਿਆ। ਤੇ ਆਨੰਦ ਦੇ ਨਾਲ ਜਿਹੜਾ ਹਿਰਦਾ ਬੜਾ ਰਿਸ਼ਟ ਪੁਸ਼ਟ ਹੋ ਗਿਆ, ਠੀਕ ਹੋ ਗਿਆ। ਜੈ ਰਾਮ ਔਰ ਨਾਨਕੀ ਬਸਾਏ ਭੂਰ ਸਾਦਰਾ। ਭਾਈ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ, ਸੋ ਇਹਨਾਂ ਨੇ ਬੜੇ ਆਦਰ ਸਤਿਕਾਰ ਦੇ ਸਹਿਤ ਸਤਿਗੁਰੂ ਜੀ ਨੂੰ ਬਿਠਾਇਆ। ਕਹਿਣ ਲੱਗੇ ਜੀ ਮਇਆ ਕਰਕੇ, ਕਿਰਪਾ ਦਇਆ ਕਰਕੇ ਸਾਡੇ ਉੱਤੇ ਸਾਨੂੰ ਦੱਸੋ ਮਸੀਤ ਵਿੱਚ ਆਪ ਜੀ ਨੇ ਕਿਵੇਂ ਖੇਡ ਵਰਤਾਈ। ਕਿਉਂਕਿ ਅਸੀਂ ਤਾਂ ਚਿੰਤਾ ਦੇ ਸਹਿਤ ਹੋਏ ਰਹੇ, ਫਿਕਰਾਂ ਵਿੱਚ ਪਏ ਰਹੇ, ਤੁਹਾਡੇ ਭੇਦ ਨੂੰ ਜਾਣਿਆ ਨਹੀਂ ਕਿ ਤੁਸੀਂ ਵਾਹਿਗੁਰੂ ਦਾ ਰੂਪ ਹੋ। ਆਨੰਦ ਭਰੇ ਸੁਨੇ ਭਲਾਨਿਆ।
ਜਗਤ ਦੇ ਜਿੰਨੇ ਮਨੁੱਖ ਹੈ ਉਹ ਤਾਂ ਕਹਿੰਦੇ ਆਪਣੇ ਮੂੰਹੋਂ ਤੁਹਾਡੀ ਨਿੰਦਿਆ ਕਰਦੇ ਆ, ਸੋ ਭਰਮ ਦੇ ਭੁਲੇਖੇ ਦੇ ਵਿੱਚ ਭੁੱਲੇ ਹੋਏ ਹਨ। ਗੁਰੂ ਪਨੰਦ ਬੀਤ ਕੀ ਜੋ ਤਾਹੀਂ ਕੈ ਵਿਚਾਰ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਵੇਲੇ ਕਹਿਣ ਲੱਗੇ ਕਿ ਭੈਣ ਨਾਨਕੀ ਜੀ, ਭਾਈ ਜੈ ਰਾਮ ਜੀ ਜਿਹੜੀ ਗੱਲ ਬੀਤ ਗਈ, ਕਹਿੰਦੇ ਹੁਣ ਉਹਦਾ ਕੀ ਜ਼ਿਕਰ ਕਰਨਾ ਹੈ। ਕਹਿੰਦੇ ਬਾਕੀ ਜਿਹੜੇ ਮਸੀਤ ਦੇ ਵਿੱਚ ਸਾਡੇ ਕੋਲ ਲੋਕ ਖੜੇ ਸੀ, ਕਹਿੰਦੇ ਉਹ ਸਾਰਾ ਤੁਹਾਨੂੰ ਦੱਸ ਦੇਣਗੇ ਪ੍ਰੇਮ ਨਾਲ ਕੀ ਹੋਇਆ ਉੱਥੇ। ਜੈ ਰਾਮ ਨੇ ਦੋਵੇਂ ਹੱਥ ਜੋੜੇ, ਬਾਰ-ਬਾਰ ਸਤਿਗੁਰੂ ਨੂੰ ਪੁੱਛਣ ਲੱਗਾ, ਨਹੀਂ ਜੀ ਮਹਾਰਾਜ ਕਿਰਪਾ ਕਰਕੇ ਸਾਨੂੰ ਆਪ ਹੀ ਦੱਸੋ। ਮਸੀਤ ਦੇ ਵਿੱਚ ਜਿਵੇਂ ਸਭ ਕੁਝ ਹੋਇਆ ਵਰਤਿਆ, ਆਪ ਜੀ ਨੇ ਕੌਤਕ ਵਰਤਾਇਆ, ਖੇਡ ਵਰਤਾਈ, ਉਹ ਆਪ ਜੀ ਆਪਣੇ ਮੁਖੋਂ ਉਚਾਰ ਕੇ ਦੱਸੋ। ਕੱਲ ਨੂੰ ਮਹਾਰਾਜ ਸਾਨੂੰ ਜੇ ਕੋਈ ਆ ਕੇ ਪੁੱਛੇਗਾ ਤੇ ਅਸੀਂ, ਜੇ ਸਾਨੂੰ ਪਤਾ ਹੀ ਨਾ ਹੋਵੇਗਾ ਤੇ ਅਸੀਂ ਉਹਨੂੰ ਕੀ ਦੱਸਾਂਗੇ ਕਿ ਕੀ ਹੋਇਆ ਸੀ। ਤੇ ਮਹਾਰਾਜ ਜੇਕਰ ਅਸੀਂ ਆਪ ਜੀ ਦੇ ਮੁਖਾਰਬਿੰਦ ਤੋਂ ਇਹ ਬਚਨ ਸੱਚੇ ਸੱਚੇ ਸੁਣ ਲਵਾਂਗੇ, ਪਿਆਰੇ ਬਚਨ ਸੁਣਾਂਗੇ, ਤੇ ਸਾਨੂੰ ਪ੍ਰਤੀਤ ਹੋਵੇਗੀ, ਸਾਨੂੰ ਇਹ ਪਿਆਰੇ ਲੱਗਣਗੇ ਬਚਨ ਆਪ ਜੀ ਦੇ ਮੁਖੋਂ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਘਟਨਾ ਹੋਈ ਵਰਤੀ ਹੈ, ਉਹ ਆਪ ਜੀ ਕਿਰਪਾ ਕਰਕੇ ਸਾਨੂੰ ਬੋਲ ਕੇ ਦੱਸੋ। ਉਹ ਸਾਰੀ ਗੱਲਬਾਤ ਆਪਣੇ ਮੁਖੋਂ ਕਹਿ ਕੇ ਸੁਣਾ ਦਿਓ ਸਾਨੂੰ, ਤੇ ਸਾਨੂੰ ਖੁਸ਼ੀਆਂ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਨੇ ਅਤ ਦਾ ਨਿਮਰਤਾਵਾਨ ਹੋਇਆ ਦੇਖ ਕੇ ਭਾਈ ਜੈ ਰਾਮ ਜੀ ਨੂੰ ਆਪਣੇ ਮੁਖੋਂ ਸਾਰੀ ਗੱਲ ਦੱਸੀ। ਫਿਰ ਜਿਵੇਂ ਸਾਰਾ ਵਰਤਾਂਤ ਹੋਇਆ ਸੀ, ਖਾਨ ਦੇ ਨਾਲ, ਕਾਜੀ ਦੇ ਨਾਲ, ਕਿਵੇਂ ਉਹਨਾਂ ਦੇ ਮਨ ਹਾਜ਼ਰ ਨਹੀਂ ਸੀ, ਕਿਵੇਂ ਸਤਿਗੁਰੂ ਨੇ ਉਹਨਾਂ ਦੇ ਮਨ ਦੀ ਗੱਲ ਦੱਸੀ ਵੀ ਨਵਾਬ ਦਾ ਮਨ ਜਿਹੜਾ ਕਾਬਲ ਕੰਧਾਰ ਘੋੜੇ ਖਰੀਦਦਾ ਫਿਰਦਾ ਸੀ, ਕਾਜੀ ਦਾ ਮਨ ਘਰ ਵਿੱਚ ਸੱਜਰ ਸੂਈ ਘੋੜੀ ਦੇ ਵਿਸ਼ੇਰੇ ਨੂੰ ਸਾਂਭਦਾ ਫਿਰਦਾ ਸੀ, ਕਿਤੇ ਟੋਏ 'ਚ ਨਾ ਡਿੱਗ ਪਵੇ। ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਦਾ ਇਹ ਪਾਜ ਲੋਕਾਂ ਵਿੱਚ ਉਘੇੜਿਆ, ਲੋਕ ਹੱਸੇ। ਇਹ ਸਾਰੀ ਗੱਲਬਾਤ ਸਤਿਗੁਰੂ ਨੇ ਜਿਵੇਂ ਸਹੀ ਹੋਈ ਵਰਤੀ ਸੀ ਦੱਸ ਦਿੱਤੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਮਨਮੁਖ ਲੋਕ ਆ ਨਾ, ਮਨ ਦੇ ਪਿੱਛੇ ਚੱਲਣ ਵਾਲੇ, ਕਹਿੰਦੇ ਮੂਰਖ ਲੋਕ ਹੈ, ਅਣਜਾਣ ਲੋਕ ਹੈ, ਮਨ ਦਾ ਟਿਕਾ ਨਹੀਂ ਕਰਦੇ, ਮਨ ਨੂੰ ਨਹੀਂ ਟਿਕਾਉਂਦੇ ਰੱਬ ਦੀ ਭਗਤੀ ਵਿੱਚ। ਹਾਂ, ਬਾਹਰਲਾ ਭੇਖ ਜਿਹੜਾ ਉਹ ਧਰਮੀਆਂ ਵਾਲਾ ਧਾਰਨ ਕੀਤਾ ਹੋਇਆ, ਲੋਕਾਂ ਦੇ ਭਾਣੇ ਤੋਂ ਬੰਦਗੀ ਕਰਦੇ ਹਨ। ਤੇ ਮਨ ਦੇ ਵਿੱਚ ਐਵੇਂ ਆਪਣੇ ਪਦਾਰਥਾਂ ਦਾ, ਅਹੁਦਿਆਂ ਦਾ, ਕਾਜੀ ਨੂੰ ਇਹ ਹੈ ਮੈਂ ਧਰਮ ਦਾ ਮੁਖੀ ਹੈ, ਨਵਾਬ ਨੂੰ ਇਹ ਹੈ ਮੈਂ ਲੋਕਾਂ ਦਾ ਰਾਜਾ, ਤੇ ਐਵੇਂ ਕਹਿੰਦੇ ਆਪਣੇ ਪ੍ਰਭਤਾ ਦੇ ਮਾਣ ਦੇ ਵਿੱਚ ਹੀ, ਪਦਾਰਥਾਂ ਦੇ ਮਾਣ ਦੇ ਵਿੱਚ ਹੰਕਾਰ ਮਨ ਦੇ ਵਿੱਚ ਕਰੀ ਫਿਰਦੇ ਆ। ਖੁਦਾ ਕਿਹਨੂੰ ਯਾਦ ਹੈ? ਰੱਬ ਕਿਸੇ ਨੂੰ ਯਾਦ ਨਹੀਂ। ਸਤਿਗੁਰੂ ਜੀ ਕਹਿੰਦੇ ਰੱਬ ਦੇ ਪ੍ਰੇਮ ਤੋਂ ਵਿਹੂਣੇ ਹੈ, ਖਾਲੀ ਹੈ, ਤੇ ਇਸ ਪ੍ਰਕਾਰ ਕਹਿੰਦੇ ਬਾਹਰ ਦਾ ਜਿਹੜਾ ਭੇਖ ਦਿਖਾਵਾ ਇਹ ਤਾਂ ਵਿਅਰਥ ਹੀ ਹੈ। ਸਦਾ ਹੀ ਉਹਨਾਂ ਦੇ ਮਨ ਜਿਹੜੇ ਹੈ ਵਿਸ਼ੇ ਵਿਕਾਰਾਂ ਦੇ ਵਿੱਚ ਫਸੇ ਹੋਏ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਦੇ ਹਿਰਦੇ ਵਿੱਚ ਵਸਦੇ ਹਮੇਸ਼ਾ। ਜਿਹੜੇ ਬੰਦੇ ਸਵਾਦਾਂ ਦੇ ਰਸ ਦੇ ਵਿੱਚ ਉਲਝੇ ਹੋਣ, ਉਹਨਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਦੇ ਪ੍ਰੇਮ ਦਾ ਰਸ ਕਿਵੇਂ ਵਸ ਸਕਦਾ ਹੈ? ਸਤਿਗੁਰੂ ਜੀ ਕਹਿੰਦੇ ਜਿੱਥੇ ਕਿੱਥੇ ਨਵਾਬ ਦਾ ਤੇ ਕਾਜੀ ਦਾ ਮਨ ਤੁਰਿਆ ਫਿਰਦਾ ਸੀ, ਉਹ ਕਹਿੰਦੇ ਅਸੀਂ ਸਹੀ ਸਹੀ ਬਿਲਕੁਲ ਸੱਚੋ ਸੱਚ ਉੱਥੇ ਦੱਸ ਦਿੱਤਾ। ਕਿਉਂਕਿ ਉਹਨਾਂ ਦਾ ਮਨ ਤਾਂ ਇੱਕ ਖਿਣ ਵਾਸਤੇ ਵੀ, ਇੱਕ ਪਲ ਵਾਸਤੇ, ਅੱਖ ਦੇ ਝਮਕੇ ਜਿੰਨਾ ਵੀ ਉੱਥੇ ਟਿਕਿਆ ਨਹੀਂ। ਉਹ ਤਾਂ ਸੰਸਾਰ ਦੇ ਕਾਰ ਵਿਹਾਰ ਕਰਦਾ ਹੀ ਤੁਰਿਆ ਫਿਰਿਆ ਉਹਨਾਂ ਦਾ ਮਨ। ਸਤਿਗੁਰੂ ਜੀ ਕਹਿੰਦੇ ਜਦੋਂ ਅਸੀਂ ਇਹ ਸੱਚੀ ਗੱਲ ਦੱਸੀ ਤੇ ਸੁਣ ਕੇ ਜਿਹੜਾ
ਨਰੇਸ਼ ਹੈ, ਨਗਰ ਦਾ ਰਾਜਾ ਨਵਾਬ ਦੌਲਤ ਖਾਂ ਹੈ, ਉਹ ਸਾਡੇ ਅੱਗੇ ਨਿਭ ਗਿਆ, ਉਹਨੇ ਮੱਥਾ ਟੇਕ ਦਿੱਤਾ। ਓ ਬਖਸ਼ੋ ਭੂਲ ਜੋ ਭਨਿਓ ਦਇਆ ਮਨ ਲਾਇਕ। ਤੇ ਸਾਡੇ ਉੱਤੇ ਵਿਸ਼ਵਾਸ ਕਰਕੇ ਨਿਸ਼ਚਾ ਕਰਕੇ ਕਹਿਣ ਲੱਗਾ ਕਿ ਮਹਾਰਾਜ ਸਾਡੀ ਭੁੱਲ ਬਖਸ਼ ਦਿਓ, ਮਨ ਦੇ ਵਿੱਚ ਦਇਆ ਲਿਆ ਕੇ। ਉਸ ਤੋਂ ਬਾਅਦ ਜਿਹੜਾ ਧਨ 760 ਰੁਪਏ ਅਸੀਂ ਛੱਡ ਆਏ ਹਾਂ ਵਾਧਾ, ਉਹਦੇ ਬਾਰੇ ਨਵਾਬ ਨੇ ਸਾਨੂੰ ਪੁੱਛਿਆ। ਤੇ ਸਤਿਗੁਰੂ ਕਹਿੰਦੇ ਅਸੀਂ ਆਖਿਆ ਨਵਾਬ ਸਾਹਿਬ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਕਰ ਲਓ, ਅਸੀਂ ਪਹਿਲਾਂ ਦੱਸ ਚੁੱਕੇ ਹਾਂ ਖੁਦਾ ਦੀ ਮਾਇਆ ਫਕੀਰਾਂ ਵਾਸਤੇ ਖਰਚ ਦਿਓ, ਬਾਕੀ ਜਿਵੇਂ ਤੁਹਾਨੂੰ ਠੀਕ ਲੱਗਦਾ ਅਸੀਂ ਤੁਹਾਡੇ ਨਾਲ ਸਹਿਮਤ ਉਵੇਂ ਕਰ ਲਿਓ। ਤੇ ਕਹਿੰਦੇ ਉਹਨਾਂ ਨੇ ਫਿਰ ਇਹ ਫੈਸਲਾ ਲਿਆ ਕਿ ਅੱਧਾ ਧਨ ਜਿਹੜਾ ਇਹ ਫਕੀਰਾਂ ਦੇ ਭੰਡਾਰੇ ਵਾਸਤੇ ਖਰਚ ਕੀਤਾ ਜਾਵੇਗਾ, ਤੇ ਇਹਦੇ ਵਿੱਚੋਂ 760 ਵਿੱਚੋਂ ਜਿਹੜਾ ਅੱਧਾ ਧਨ 380 ਰੁਪਏ ਹੈ ਉਹ ਘਰ ਦੇ ਵਿੱਚ ਸਾਡੀ ਘਰ ਵਾਲੀ ਧਰਮ ਪਤਨੀ ਸੁਲੱਖਣੀ ਨੂੰ ਦੇ ਦਿੱਤਾ ਜਾਵੇਗਾ। ਸੋ ਇਸ ਪ੍ਰਕਾਰ ਸਾਡੇ ਪੁੱਤਰ ਸ਼੍ਰੀ ਚੰਦ ਨੂੰ, ਸਾਡੇ ਪਰਿਵਾਰ ਨੂੰ ਇਹ ਅੱਧਾ ਧਨ ਮਿਲ ਜਾਏਗਾ। ਇਉਂ ਕਹਿ ਕੇ ਉਹ ਨਮਸਕਾਰ ਕਰਕੇ ਸਾਨੂੰ ਮੱਥਾ ਟੇਕ ਕੇ ਆਪਣੇ ਘਰ ਨੂੰ ਚਲਿਆ ਗਿਆ ਨਵਾਬ। ਤੇ ਅਸੀਂ ਕਹਿੰਦੇ ਉੱਥੋਂ ਚੱਲ ਕੇ ਮਸੀਤ ਵਿੱਚੋਂ ਹੁਣਾ ਤੁਹਾਡੇ ਕੋਲ ਆ ਗਏ ਆ। ਇਉਂ ਕਹਿੰਦੇ ਸਭ ਕੁਝ ਹੋਇਆ ਵਰਤਿਆ ਉੱਥੇ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਭੋਲੇ ਭਾਲੇ ਜੇ ਬਣ ਕੇ ਕਹਿਣ ਲੱਗੇ, ਕਹਿੰਦੇ ਜੀਜਾ ਜੀ, ਭਾਈ ਜੈ ਰਾਮ ਜੀ, ਭਣਵਈਆ ਸਾਹਿਬ, ਕਹਿੰਦੇ ਇਹ ਗੱਲ ਜਿਹੜੀ ਕਹਿੰਦੇ ਅਸੀਂ ਕਹਿੰਦੇ ਉੱਥੇ ਜਿਹੜੀ ਕੀਤੀ ਹੈ, ਖੇਡ ਵਰਤਾਈ ਹੈ, ਕਹਿੰਦੇ ਤੁਸੀਂ ਦੱਸੋ ਵੀ ਇਹ ਠੀਕ ਹੋਈ ਹੈ ਕਿ ਗਲਤ ਹੋਈ ਹੈ। ਕਿਉਂਕਿ ਉੱਥੇ ਚਾਰੇ ਵਰਨਾਂ ਦੇ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਜੁੜੀ ਹੋਈ ਸੀ। ਕਿਉਂਕਿ ਸਾਰਿਆਂ ਨੇ ਜਦੋਂ ਇਹ ਗੱਲ ਸੁਣੀ ਵੀ ਇਹਨਾਂ ਦੇ ਮਨ ਇੱਥੇ ਹਾਜ਼ਰ ਨਹੀਂ, ਲੋਕਾਂ ਵਿੱਚ ਹਾਸਾ ਠੱਠਾ ਬਹੁਤ ਹੋਇਆ। ਜਦੋਂ ਜੈ ਰਾਮ ਜੀ ਨੇ ਆਹ ਵਚਨ ਸਤਿਗੁਰੂ ਜੀ ਦੇ ਸੁਣੇ ਤੇ ਉਹਦੇ ਮਨ ਦੀ ਜਿਹੜੀ ਚਿੰਤਾ ਸੀ, ਫਿਕਰ ਸੀ, ਸਾਰਾ ਹੀ ਉੱਡ ਗਿਆ। ਉਸ ਵੇਲੇ ਜੈ ਰਾਮ ਜੀ ਨੇ ਹੱਥ ਜੋੜੇ ਤੇ ਆਪਣੇ ਮੁਖੋਂ ਸਤਿਗੁਰੂ ਨੂੰ ਕਹਿਣ ਲੱਗਾ, ਕਹਿਣ ਲੱਗਾ ਮਹਾਰਾਜ ਜੋ ਆਪ ਜੀ ਨੇ ਕੀਤਾ ਉਹ ਚੰਗਾ ਹੀ ਹੈ, ਜੋ ਆਪ ਜੀ ਕਰਦੇ ਹੋ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਗਾ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜੋ ਮਹਾਰਾਜ ਤੁਹਾਨੂੰ ਠੀਕ ਲੱਗਦਾ ਉਹ ਆਪ ਜੀ ਨੇ ਚੰਗਾ ਹੀ ਕੀਤਾ, ਆਪ ਜੀ ਦੇ ਕੀਤੇ ਨੂੰ ਕੌਣ ਮਾੜਾ ਕਹਿ ਸਕਦਾ ਹੈ। ਜਿਵੇਂ ਮਹਾਰਾਜ ਸੂਰਜ ਚੰਦਰਮਾ ਲੋਕਾਂ ਨੂੰ ਰੌਸ਼ਨੀ ਦਿੰਦੇ ਆ, ਇਸੇ ਤਰ੍ਹਾਂ ਆਪ ਜੀ ਗਿਆਨ ਦਾ ਚਾਨਣ ਦਿੰਦੇ ਹੋ ਮਨੁੱਖਾਂ ਨੂੰ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਤਾਂ ਕਿਰਪਾ ਦੇ ਖਜ਼ਾਨੇ ਹੋ। ਆਪ ਜੀ ਨੇ ਇਸ ਕਰਕੇ ਅਵਤਾਰ ਧਾਰਨ ਕੀਤਾ ਹੈ ਕਿ ਆਪ ਜੀ ਲੋਕਾਂ ਨੂੰ ਮੁਕਤੀ ਦਾ ਦਾਨ ਦਿਓ, ਆਪਣੇ ਦਾਸਾਂ ਸੇਵਕਾਂ ਨੂੰ। ਉਸ ਵੇਲੇ ਭੈਣ ਨਾਨਕੀ ਜੀ ਨੇ ਵਚਨ ਕੀਤੇ, ਆਪਣੇ ਪਤੀ ਨੂੰ ਕਹਿਣ ਲੱਗੀ, ਪਤੀ ਦੇਵ ਹੁਣ ਤੁਹਾਨੂੰ ਯਕੀਨ ਆ ਗਿਆ ਜਾਂ ਨਹੀਂ। ਕਹਿਣ ਲੱਗੀ ਜਾਂ ਹੁਣ ਵੀ ਤੁਹਾਡੇ ਮਨ ਵਿੱਚ ਕੋਈ ਸ਼ੰਕਾ ਹੈ, ਹਲੇ ਵੀ ਤੁਸੀਂ ਮਨ ਨੂੰ ਟਿਕਾਉਂਦੇ ਨਹੀਂ ਹੋ ਤਾਂ ਦੱਸ ਦਿਓ। ਕਹਿਣ ਲੱਗੀ ਜੇ ਹੁਣ ਭਰਮ ਭੁਲੇਖਾ ਨਿਕਲ ਗਿਆ ਤਾਂ ਉੱਠੋ ਆਪਾਂ ਜਾ ਕੇ ਭੋਜਨ ਛਕੀਏ। ਐਵੇਂ ਭਰਮ ਭੁਲੇਖਿਆਂ ਦੇ ਵਿੱਚ ਭੁੱਲਾ ਨਾ ਕਰੋ, ਸਤਿਗੁਰੂ ਜੀ ਦੇ ਉੱਤੇ ਅਸ਼ਰਧਾ ਨਾ ਕਰੋ, ਸ਼ਰਧਾ ਧਾਰਨ ਕਰੋ। ਸਤਿਗੁਰੂ ਜੀ ਕਿਰਪਾ ਦੇ ਸਾਗਰ ਗੁਰੂ ਨਾਨਕ ਦੇਵ ਮਹਾਰਾਜ ਉਹ ਨੇੜੇ ਹਨ। ਚਿੱਤ ਦੀ ਚਿੰਤਾ ਜਿਹੜੀ ਫਿਕਰ ਝੋਰੇ ਆ ਉਹ ਸਾਰੇ ਛੱਡ ਦਿਓ ਹੁਣ। ਸ੍ਰੀ ਨਾਨਕ ਜੀ ਧੰਨ ਅਮਰ ਗਨ ਮਨ ਹੈ। ਉਸ ਵੇਲੇ ਭਾਈ ਜੈ ਰਾਮ ਜੀ ਕਹਿਣ ਲੱਗੇ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ
ਇਹ ਧੰਨ ਹਨ, ਧੰਨਤਾ ਦੇ ਯੋਗ ਹਨ, ਜਿਨ੍ਹਾਂ ਨੂੰ ਸਾਰੇ ਦੇਵੀ ਦੇਵਤੇ ਵੀ ਮੰਨਦੇ ਪੂਜਦੇ ਹਨ। ਤੂੰ ਭਗਨੀ ਤੇ ਅੰਕੇਰ ਅਦਬ ਮਤ ਧਨ ਹੈ। ਤੇ ਕਹਿਣ ਲੱਗੇ ਕਿ ਨਾਨਕੀ ਤੂੰ ਇਹਨਾਂ ਦੀ ਭੈਣ ਹੈ, ਤੂੰ ਵੀ ਧੰਨਤਾ ਦੇ ਯੋਗ ਹੈ, ਔਰ ਤੇਰੀ ਮੱਤ ਵੀ ਧਨ ਹੈ ਜਿਹੜੀ ਇਹਨਾਂ ਨੂੰ ਖੁਦਾ ਦੇ ਰੂਪ ਵਿੱਚ ਜਾਣਦੀ ਹੈ। ਤੇ ਜੈ ਰਾਮ ਜੀ ਕਹਿੰਦੇ ਮੈਂ ਵੀ ਆਪਣੇ ਹਿਰਦੇ ਵਿੱਚ ਇਹ ਜਾਣਦਾ ਕਿ ਥੋੜਾ ਬਹੁਤਾ ਮੈਂ ਵੀ ਧੰਨਤਾ ਦੇ ਯੋਗ ਹਾਂ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਪ੍ਰਸੰਗ ਜਿਹੜਾ ਸਾਰਾ ਇਤਿਹਾਸ ਲੋਕਾਂ ਦੇ ਵਿੱਚ ਪ੍ਰਚਲਿਤ ਹੋਵੇਗਾ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਾਡਾ ਵੀ ਸੰਬੰਧ ਰਿਹਾ ਹੈ, ਅਸੀਂ ਵੀ ਉਹਨਾਂ ਦੇ ਰਿਸ਼ਤੇਦਾਰ ਹਾਂ। ਇਉਂ ਸੰਸਾਰ ਦੇ ਵਿੱਚ ਇਹ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਦੋਂ ਪ੍ਰਸੰਗ ਚੱਲੇਗਾ ਸਾਡਾ ਵੀ ਨਾਲ ਜ਼ਿਕਰ ਆਵੇਗਾ। ਸ਼੍ਰੀ ਬਾਲਾ ਸੰਧੂ ਭਨਤ ਭਾਈ ਬਾਲਾ ਸੰਧੂ ਜੀ ਇਉਂ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਬਾਬਾ ਬੁੱਢਾ ਸਾਹਿਬ, ਭਾਈ ਜੀਵਾ ਜੀ ਵਰਗੇ ਸਿੱਖਾਂ ਨੂੰ ਖਡੂਰ ਸਾਹਿਬ ਵਿਖੇ ਕਥਾ ਸੁਣਾ ਰਹੇ ਹਨ। ਸ਼੍ਰੀ ਅੰਗਦ ਸੁਖਰਾਜ ਇਹ ਗੁਰੂ ਅੰਗਦ ਦੇਵ ਮਹਾਰਾਜ ਸੁੱਖਾਂ ਦੇ ਖਜ਼ਾਨਾ ਰੂਪ। ਆਗੇ ਅਮੀਰ ਪਟੰਤਰਮ ਅੱਗੇ ਕਹਿੰਦੇ ਜਿਹੜੀ ਅੰਮ੍ਰਿਤ ਵਰਗੀ ਕਥਾ ਹੈ, ਸੁਣੋ ਇਤਿਹਾਸ ਇਹ ਸਤਿਗੁਰੂ ਜੀ ਦੇ ਇਤਿਹਾਸ ਦੀ ਕਥਾ ਹੋਰ ਸੁਣੋ। ਬਾਰ ਬਾਰ ਕਹਿ ਬਉ ਸੰਗ ਨਾਨਕ ਲਿਓ। ਕਹਿੰਦੇ ਬਾਰ-ਬਾਰ ਬੇਨਤੀਆਂ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਲਿਆ। ਜੈ ਰਾਮ ਜੀ ਨੇ ਬੜਾ ਸੁਖ ਪ੍ਰਾਪਤ ਕੀਤਾ ਸੁਣ ਕੇ ਸਤਿਗੁਰੂ ਜੀ ਦੇ ਵਚਨ, ਤੇ ਸਾਰੇ ਸਤਿਗੁਰੂ ਜੀ ਦੇ ਸਮੇਤ ਭੋਜਨ ਪ੍ਰਸ਼ਾਦਾ ਛਕਣ ਵਾਸਤੇ ਉੱਠ ਤੁਰੇ। ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਜੀ ਨੇ ਮੈਨੂੰ ਵੀ ਨਾਲ ਲੈ ਲਿਆ, ਅਸੀਂ ਭੋਜਨ ਛਕਣ ਵਾਸਤੇ ਗਏ। ਜਿੱਥੇ ਭੋਜਨ ਪਰੋਸਣਾ ਸੀ, ਰਸੋਈ ਵਾਲੀ ਜਗ੍ਹਾ ਸੀ, ਅਸੀਂ ਕਹਿੰਦੇ ਮਨ ਵਿੱਚ ਖੁਸ਼ੀ ਧਾਰਨ ਕਰਕੇ ਸਾਰੇ ਉੱਥੇ ਜਾ ਪਹੁੰਚੇ। ਉੱਥੇ ਭੈਣ ਨਾਨਕੀ ਨੇ ਜਿੱਥੇ ਸੋਹਣੇ ਚੌਲ ਬਣਾਏ ਸੀ, ਘਿਓ ਪਾਇਆ ਹੋਇਆ ਸੀ, ਇਸੇ ਤਰ੍ਹਾਂ ਖੰਡ, ਘਿਓ ਤੇ ਦਾਲ ਇਤਿਆਦਿਕ ਬੜੇ ਸਵਾਦਲੇ ਪਦਾਰਥ ਜਿਹੜੇ ਬਣਾਏ ਹੋਏ ਸਨ। ਤੇ ਰੁਚੀ ਦੇ ਅਨੁਸਾਰ ਸਾਰਿਆਂ ਨੇ ਜਿੰਨਾ ਜਿੰਨਾ ਕਿਸੇ ਦਾ ਦਿਲ ਕਰਦਾ ਸੀ ਭੋਜਨ ਪ੍ਰਸ਼ਾਦਾ ਛਕਿਆ ਤੇ ਖੁਸ਼ੀ ਦੇ ਸਹਿਤ ਭੋਜਨ ਛਕ ਕੇ ਉੱਠ ਖੜੇ ਹੋਏ। ਤੇ ਇਸ ਪ੍ਰਕਾਰ ਸਤਿਗੁਰੂ ਜੀ ਭੋਜਨ ਪ੍ਰਸ਼ਾਦਾ ਛਕਣ ਤੋਂ ਉਪਰੰਤ ਉਹਨਾਂ ਵਾਸਤੇ ਪਲੰਘਾ ਢਾਹ ਦਿੱਤਾ ਗਿਆ। ਸਤਿਗੁਰੂ ਜੀ ਜਾ ਕੇ ਬਿਰਾਜਮਾਨ ਹੋ ਗਏ, ਪਰਮ ਸੁਖ ਪਾਇਆ ਉਹਨਾਂ ਨੇ। ਉਹ ਸਤਿਗੁਰੂ ਪਾਤਸ਼ਾਹ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਪ੍ਰਕਾਰ ਦੇ ਦੁੱਖ ਟਲ ਜਾਂਦੇ ਹਨ। ਕਵੀ ਸੰਤੋਖ ਸਿੰਘ ਜੀ ਤਥਾ ਭਾਈ ਬਾਲਾ ਜੀ ਕਹਿ ਰਹੇ ਹਨ ਕਿ ਜੇਕਰ ਕੋਈ ਪਤਿਤ ਬੰਦਾ, ਨਾਰਕੀ ਜੀਵ ਜਿਹਦੇ ਕਰਮ ਚੰਗੇ ਨਹੀਂ, ਨਰਕਾਂ ਵਿੱਚ ਡਿੱਗਿਆ ਹੋਇਆ ਬੰਦਾ, ਜੀਵਨ ਪੱਖੋਂ ਗਿਰਿਆ ਹੋਇਆ ਬੰਦਾ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਇਤਿਹਾਸ ਨੂੰ ਸੁਣ ਲਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਮਨਮੁਖ ਸਾਖਤ ਬੰਦੇ ਦੇ ਹਿਰਦੇ ਵਿੱਚ ਵੀ ਸ਼ਰਧਾ ਪੈਦਾ ਕਰ ਦਿੰਦੇ ਹਨ ਤੇ ਸਾਰੇ ਤਰ੍ਹਾਂ ਦੇ ਜਿੰਨੇ ਵੱਡੇ ਵੱਡੇ ਪਾਪਾਂ ਦੀ ਮੈਲ ਹੈ ਉਹਨੂੰ ਸਤਿਗੁਰੂ ਜੀ ਦੂਰ ਕਰ ਦਿੰਦੇ ਹਨ। ਕਿਉਂਕਿ ਸਤਿਗੁਰੂ ਜੀ ਦਾ ਇਹ ਪ੍ਰਸੰਗ, ਸਤਿਗੁਰੂ ਜੀ ਦਾ ਇਤਿਹਾਸ, ਸਤਿਗੁਰੂ ਜੀ ਦੀ ਕਥਾ ਇਹ ਸੁੱਖਾਂ ਦਾ ਘਰ ਹੈ। ਤੇ ਜਿਵੇਂ ਜਲ ਦੇ ਨਾਲ ਸਾਧ ਸੰਗਤ ਜੀ ਮੈਲ ਧੋਤੀ ਜਾਂਦੀ ਹੈ ਪਾਣੀ ਦੇ ਨਾਲ, ਇਸੇ ਤਰ੍ਹਾਂ ਸੁੱਖਾਂ ਦਾ ਘਰ ਜਿਹੜੀ ਸਤਿਗੁਰੂ ਜੀ ਦੀ ਇਹ ਕਥਾ ਪਾਣੀ ਰੂਪ ਹੈ, ਸੁੱਖਾਂ ਦੇ ਘਰ ਰੂਪ ਹੈ। ਇਵੇਂ ਸਤਿਗੁਰੂ ਜੀ ਦਾ ਸੋਹਣਾ ਸੁੰਦਰ ਇਤਿਹਾਸ ਪਾਪੀਆਂ ਦੇ ਮਨਾਂ ਦੀ ਵੀ ਮੈਲ ਉਤਾਰ ਕੇ ਉਹਨਾਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ। ਸੋ ਇੱਥੇ ਇਸ ਪ੍ਰਸੰਗ ਦੀ ਸਮਾਪਤੀ ਹੈ। ਅੱਗੇ ਜਿਵੇਂ ਸਤਿਗੁਰੂ ਸਾਹਿਬ ਜੀ ਦਾ ਪ੍ਰਸੰਗ ਆਵੇਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਕਿਵੇਂ ਸਤਿਗੁਰੂ ਜੀ ਦੇ ਸਹੁਰਾ ਸਾਹਿਬ ਭਾਈ ਮੂਲਾ ਜੀ ਤੇ ਇਹਨਾਂ ਦੀ ਸੱਸ ਚੰਦੋ ਰਾਣੀ ਆ ਕੇ ਲੜਾਈ ਝਗੜਾ ਕਰਨਗੇ। ਸਤਿਗੁਰੂ ਜੀ ਦੀ ਘਰਵਾਲੀ ਧਰਮ ਪਤਨੀ ਗੁਰੂ ਕੇ ਮਹਿਲ ਬੀਬੀ ਸੁਲੱਖਣੀ ਨੂੰ ਔਰ ਇਹਨਾਂ ਦੇ ਪੁੱਤਰ ਲਖਮੀ ਦਾਸ ਜੀ ਨੂੰ ਆਪਣੇ ਨਾਲ ਬਟਾਲੇ ਲੈ ਜਾਣਗੇ।
ਛੋਟੇ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਨੂੰ ਭੈਣ ਨਾਨਕੀ ਜੀ ਆਪਣੇ ਕੋਲ ਸੁਲਤਾਨਪੁਰ ਰੱਖਣਗੇ। ਇਹ ਸਾਰਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸੋ ਆਓ ਹੁਣ ਜਿੰਨਾ ਬਾਕੀ ਸਮਾਂ ਰਹਿੰਦਾ ਕਥਾ ਦਾ ਆਪਾਂ ਥੋੜ੍ਹਾ ਸਮਾਂ ਹੋਰ ਜੁੜ ਕੇ ਲਾਹਾ ਪ੍ਰਾਪਤ ਕਰੀਏ। ਅਗਲਾ ਪ੍ਰਸੰਗ ਜਿਹੜਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ ਲੜੀਵਾਰ ਕਥਾ ਦਾ। ਅੱਜ ਜਿੱਥੇ ਆਪਾਂ ਗੁਰੂ ਕਿਰਪਾ ਸਦਕਾ ਲੜੀਵਾਰ ਕਥਾ ਵਿਚਾਰ ਰਹੇ ਹਾਂ, ਉੱਥੇ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੀਜੇ ਸਤਿਗੁਰੂ ਨਾਨਕ ਉਹਨਾਂ ਦਾ ਗੁਰਤਾ ਗੱਦੀ ਦਿਵਸ ਵੀ ਹੈ। ਸੋ ਸਮੂਹ ਸੰਗਤਾਂ ਨੂੰ ਧੰਨ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਦਾਸ ਆਪਣੇ ਵੱਲੋਂ ਬਹੁਤ ਬਹੁਤ ਵਧਾਈਆਂ ਦਿੰਦਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਮਹਿਮਾ ਨੂੰ, ਜਿਨ੍ਹਾਂ ਦੀ ਉਪਮਾ ਨੂੰ ਕਿਹਾ ਨਹੀਂ ਜਾ ਸਕਦਾ ਮੁੱਖ ਤੋਂ। ਕਿੰਨੀ ਵੱਡੀ ਸਤਿਗੁਰੂ ਜੀ ਦੀ ਉਪਮਾ ਮਹਿਮਾ ਹੈ। ਗੁਰਬਾਣੀ ਦੇ ਵਿੱਚ ਭੱਟਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਵਰਣਨ ਕਰਦਿਆਂ ਇਹ ਵਚਨ ਲਿਖੇ ਹਨ। ਘਨ ਹਰ ਬੂੰਦ ਵਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਾਵ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਥਾਵਿਆਂ ਦੇ ਥਾਵ, ਨਿਪੱਤਿਆਂ ਦੀ ਪੱਤ, ਨਿਗਤਿਆਂ ਦੀ ਗਤ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਮਹਿਮਾ ਨੂੰ ਕਿਹੜੀ ਉਪਮਾ ਦੇਈਏ। ਆਪ ਜੀ ਦੇ ਚਰਨਾਂ ਦੀ ਮਹਿਮਾ ਕਰਨ ਲੱਗਿਆ, ਆਪ ਜੀ ਦੇ ਜੀਵਨ ਦਾ ਜਸ ਕਰਨ ਲੱਗਿਆ, ਵਡਿਆਈ ਕਰਨ ਲੱਗਿਆ, ਮਹਾਰਾਜ ਸੱਚੇ ਪਾਤਸ਼ਾਹ ਕਿਹੜੀ ਚੀਜ਼ ਦੇ ਨਾਲ ਤੁਹਾਡੀ ਉਪਮਾ ਕਰੀਏ, ਤੁਲਤਾ ਦੇਈਏ। ਕਿਉਂਕਿ ਕੋਈ ਵੀ ਵਸਤੂ ਤੁਹਾਡੀ ਉਪਮਾ ਦੇ ਬਰਾਬਰ, ਤੁਹਾਡੀ ਉਪਮਾ ਦੇ ਤੁਲ ਨਹੀਂ ਹੈ। ਘਨ ਹਰ ਬੂੰਦ ਵਸੋ ਰੋ ਮਾਵ। ਜਦੋਂ ਵਰਖਾ ਦੀ ਰੁੱਤ ਹੁੰਦੀ ਆ ਤਾਂ ਸਾਧ ਸੰਗਤ ਜੀ ਬੱਦਲ ਦੇ ਵਿੱਚੋਂ ਕਿੰਨੀਆਂ ਬੂੰਦਾਂ ਹੇਠਾਂ ਡਿੱਗਦੀਆਂ। ਬੇਨਤੀ ਹੈ ਭਾਈ ਇਕਾਗਰਤਾ ਬਣਾ ਕੇ ਰੱਖੋ। ਬੀਬੀਓ ਪਿੱਛੇ ਬੈਠੀਆਂ, ਤੁਹਾਡੀ ਆਵਾਜ਼ ਇੱਥੋਂ ਤੱਕ ਆ ਰਹੀ ਹੈ। ਸੰਗਤ ਦਾ ਰਸ ਖਰਾਬ ਨਾ ਕਰੋ। ਸਾਰੇ ਜੁੜੇ ਬੈਠੇ ਆ, ਜੇ ਤੁਸੀਂ ਨਹੀਂ ਸੁਣਨਾ ਉੱਠ ਕੇ ਜਾ ਸਕਦੇ ਹੋ। ਬਾਕੀਆਂ ਦਾ ਰਸ ਖਰਾਬ ਨਾ ਕਰੋ। ਆਪਣੀਆਂ ਗੱਲਾਂ ਬਾਤਾਂ ਇੰਨਾ ਉੱਚੀ ਉੱਚੀ ਬੋਲਦੇ ਹੋ, ਇੱਥੋਂ ਤੱਕ ਤੁਹਾਡੀ ਆਵਾਜ਼ ਸਪਸ਼ਟ ਸਾਫ਼ ਸੁਣ ਰਹੀ ਹੈ। ਕਿਰਪਾ ਕਰੋ, ਚੁੱਪ ਦਾ ਦਾਨ ਬਖਸ਼ੋ, ਇਕਾਗਰਤਾ ਬਣਾਓ। ਆਪੋ ਆਪਣੇ ਬੱਚੇ ਬੱਚਿਆਂ ਨੂੰ ਇਹਨਾਂ ਨੂੰ ਸਾਂਭ ਕੇ ਆਪਣੇ ਨਾਲ ਨਾਲ ਬਿਠਾਓ। ਜੇ ਬੱਚੇ ਜ਼ਿਆਦਾ ਰੌਲਾ ਰੱਪਾ ਕਰਦੇ ਆ, ਉਠਾ ਕੇ ਇਹਨਾਂ ਨੂੰ ਨਾਲ ਬਾਹਰ ਲੈ ਜਾਓ। ਆਵਾਜ਼ ਬਾਹਰ ਤੱਕ ਵੀ ਸੁਣ ਰਹੀ ਹੈ, ਉੱਥੇ ਬਹਿ ਕੇ ਸੁਣੋ। ਇਕਾਗਰਤਾ ਬਣਾਓ, ਬੇਨਤੀ ਹੈ। ਘਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੈ। ਵਰਖਾ ਦੀ ਰੁੱਤ ਦੇ ਵਿੱਚ ਬੱਦਲਾਂ ਦੇ ਵਿੱਚੋਂ ਕਿੰਨੀਆਂ ਬੂੰਦਾਂ ਵਰਦੀਆਂ, ਕਹਿੰਦੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕੋਈ ਗਿਣ ਸਕਦਾ ਭਾਈ ਕਿੰਨੀਆਂ ਬੂੰਦਾਂ ਧਰਤੀ ਉੱਤੇ ਡਿੱਗੀਆਂ। ਔਰ ਇਸੇ ਪ੍ਰਕਾਰ ਬਸੋ ਰੋਮਾਵਲ, ਧਰਤੀ ਦੇ ਉੱਤੇ ਜਿੰਨੀ ਰੋਮਾਵਲੀ ਹੈ, ਬਨਸਪਤੀ ਹੈ, ਜਿੰਨੇ ਦਰਖਤ ਹੈ, ਕੀ ਕੋਈ ਗਿਣ ਸਕਦਾ ਕਿੰਨੇ ਦਰਖਤ ਹੈ, ਕਿੰਨੇ ਉਹਨਾਂ ਦੇ ਪੱਤੇ ਹੈ, ਕਿੰਨੇ ਉਹਨਾਂ 'ਤੇ ਫੁੱਲ ਲੱਗੇ ਹੈ, ਕਿੰਨੇ ਫਲ ਲੱਗੇ ਹੈ? ਕੀ ਗਿਣਤੀ ਹੋ ਸਕਦੀ ਹੈ? ਕਹਿੰਦੇ ਨਹੀਂ ਹੋ ਸਕਦੀ। ਪਰ ਕਹਿੰਦੇ ਕੋਈ ਵਰਖਾ ਦੀਆਂ ਬੂੰਦਾਂ ਨੂੰ ਗਿਣ ਲਏ, ਕੋਈ ਐਸਾ ਤਰੀਕਾ ਲੱਭ ਲਏ। ਸਾਰੀ ਬਨਸਪਤੀ ਦੇ ਕਿੰਨੇ ਫਲ ਫੁੱਲ ਪੱਤੇ ਹੈ, ਕਿੰਨੀ ਬਨਸਪਤੀ ਹੈ ਧਰਤੀ ਦੇ ਉੱਤੇ, ਉਹਦੀ ਵੀ ਕੋਈ ਗਿਣਤੀ ਮਿਣਤੀ ਕਰ ਲਏ। ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ, ਤੇ ਬਸੰਤ ਰੁੱਤ ਦੇ ਵਿੱਚ ਕਿੰਨੇ ਫੁੱਲ ਖਿੜੇ ਹੋਏ ਆ, ਕੀ ਕੋਈ ਗਿਣਤੀ ਕਰ ਸਕਦਾ? ਬਸੰਤ ਰੁੱਤ ਵਿੱਚ ਤਾਂ ਸਾਧ ਸੰਗਤ ਜੀ ਜਿਹੜੇ ਫੁੱਲਾਂ ਵਾਲੇ ਦਰਖਤ ਹੈ ਉਹਨਾਂ ਦੇ ਉੱਤੇ ਤਾਂ ਫੁੱਲ ਟਹਿਕਣੇ ਮਹਿਕਣੇ ਹੀ ਹੈ। ਆ ਖਾਲਾਂ ਦੇ ਉੱਤੇ, ਵੱਟਾਂ ਦੇ ਉੱਤੇ ਇਹ ਜਿਹੜਾ ਘਾਹ ਬਾਥੂ ਮੈਣਾ ਉੱਗਿਆ ਹੁੰਦਾ ਨਾ, ਇਹਨੂੰ ਵੀ ਫੁੱਲ ਪੈ ਜਾਂਦੇ ਆ। ਬਸੰਤ ਰੁੱਤ ਦੇ ਵਿੱਚ ਪ੍ਰਫੁੱਲਤ ਹੋ ਜਾਂਦੀ ਹੈ ਸਾਰੀ ਬਨਸਪਤੀ। ਕੁਸਮ ਬਸੰਤ, ਬਸੰਤ ਵਿੱਚ ਕਿੰਨੇ ਫੁੱਲ ਖਿੜੇ ਹੋਏ ਆ, ਗਣੰਤ ਨਾ ਆਵੇ, ਕੋਈ ਗਿਣਤੀ ਨਹੀਂ ਹੋ ਸਕਦੀ। ਗਿਣਤੀ ਦੇ ਵਿੱਚ ਨਹੀਂ ਆ ਸਕਦੇ। ਨਾ ਬੱਦਲਾਂ ਦੀਆਂ ਬੂੰਦਾਂ ਗਿਣੀਆਂ ਜਾ ਸਕਦੀਆਂ, ਨਾ ਬਨਸਪਤੀ ਧਰਤੀ 'ਤੇ ਕਿੰਨੀ ਆ ਉਹ ਗਿਣੀ ਜਾ ਸਕਦੀ ਹੈ, ਨਾ ਬਸੰਤ ਰੁੱਤ ਵਿੱਚ ਫੁੱਲਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ ਕਿੰਨੇ ਫੁੱਲ ਖਿੜੇ ਆ, ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਫਿਰ ਕਹਿੰਦੇ ਰਾਵ ਸਾਸ ਕਿਰਨ ਉਦਰ ਸਾਗਰ ਕੋ,
ਸੂਰਜ ਦੇ ਵਿੱਚੋਂ ਕਿੰਨੀਆਂ ਕਿਰਨਾਂ ਨਿਕਲ ਰਹੀਆਂ, ਚੰਦਰਮਾ ਵਿੱਚੋਂ ਚਾਂਦਨੀ ਕਿੰਨੀ ਪਸਰ ਰਹੀ ਹੈ, ਕਿੰਨੀਆਂ ਕਿਰਨਾਂ ਨਿਕਲਦੀਆਂ। ਕਹਿੰਦੇ ਇਹਦੀ ਵੀ ਗਿਣਤੀ ਮਿਣਤੀ ਨਹੀਂ ਹੋ ਸਕਦੀ। ਔਰ ਉਧਰ ਸਾਗਰ ਕੋ ਸਮੁੰਦਰ ਦਾ, ਉਧਰ ਸਮੁੰਦਰ ਦਾ ਪੇਟ ਕਿੰਨਾ ਗਹਿਰਾ ਹੈ, ਸਮੁੰਦਰ ਦੀ ਲੰਬਾਈ ਚੌੜਾਈ ਕਿੰਨੀ ਹੈ, ਇਹਦੀ ਵੀ ਗਿਣਤੀ ਕਰਨੀ ਮੁਸ਼ਕਲ ਹੈ। ਸਮੁੰਦਰ ਨੂੰ ਮਿਲਣਾ ਥਾਹ ਪਾਉਣਾ ਕੋਈ ਖਾਲਾ ਜੀ ਦਾ ਵਾੜਾ ਥੋੜ੍ਹੀ ਹੈ ਕੋਈ ਮਿਲ ਲਵੇਗਾ। ਰਾਵਸਾਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ, ਫਿਰ ਗੰਗਾ ਦੇ ਵਿੱਚ ਕਿੰਨੀਆਂ ਤਰੰਗਾਂ ਉੱਠਦੀਆਂ, ਕਿੰਨੀਆਂ ਲਹਿਰਾਂ ਵਹਿੰਦੀਆਂ, ਕਿੰਨੀਆਂ ਛੱਲਾਂ ਉੱਠ ਰਹੀਆਂ, ਕੋਈ ਗਿਣ ਸਕਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅੰਤ ਕੋ ਪਾਵੈ, ਇਹਨਾਂ ਸਾਰੀਆਂ ਵਸਤੂਆਂ ਦਾ ਕੋਈ ਅੰਤ ਪਾ ਲਵੇ, ਮੰਨ ਲਓ ਕੋਈ ਗਿਣ ਲਵੇ। ਇਸੇ ਪ੍ਰਕਾਰ ਕਹਿੰਦੇ ਰੁਦਰ ਧਿਆਨ ਗਿਆਨ ਸਤਿਗੁਰ ਕੇ, ਰੁਦਰ ਨਾਮ ਹੈ ਸ਼ਿਵ ਜੀ ਦਾ। ਸ਼ਿਵ ਜੀ ਦਾ ਧਿਆਨ ਸਮਾਧੀ ਲਾਉਣ ਵਾਲਿਆਂ ਵਿੱਚੋਂ ਸਭ ਤੋਂ ਡੂੰਘਾ ਮੰਨਿਆ ਗਿਆ। ਬਹੁਤ ਡੂੰਘੀ ਸਮਾਧੀ ਹੈ ਸ਼ਿਵ ਜੀ ਭਗਵਾਨ ਦੀ। ਕਹਿੰਦੇ ਸ਼ਿਵ ਭਗਵਾਨ ਕਿੰਨੀ ਡੂੰਘੀ ਸਮਾਧੀ ਵਿੱਚ ਬੈਠੇ ਹੈ, ਕੋਈ ਜਾਣ ਸਕਦਾ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਸਤਿਗੁਰੂ ਨੂੰ ਗਿਆਨ ਕਿੰਨਾ ਹੈ, ਕੋਈ ਗਿਣਤੀ ਮਿਣਤੀ ਕਰ ਸਕਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਾਬਜ ਜਾਨ ਭਲ ਉਹਨੇ ਜੋ ਗਾਵੈ। ਕਹਿੰਦੇ ਜੇਕਰ ਕੋਈ ਉਸ ਚੀਜ਼ ਦਾ ਵੀ ਕਹਿੰਦੇ ਪਾਰ ਪਾ ਲਵੇ, ਸ਼ਿਵ ਜੀ ਦੇ ਧਿਆਨ ਨੂੰ ਵੀ ਮਿਲ ਲਏ, ਸਤਿਗੁਰੂ ਨੂੰ ਗਿਆਨ ਕਿੰਨਾ ਇਹ ਵੀ ਜਾਣ ਲਵੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਸਭ ਕੁਝ ਹੋ ਜਾਵੇ, ਪਰ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੈ। ਇਹ ਚੀਜ਼ਾਂ ਤਾਂ ਕੋਈ ਗਿਣਤੀ ਮਿਣਤੀ ਵਿੱਚ ਲਿਆ ਸਕਦਾ ਹੈ, ਪਰ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਭੱਲਿਆਂ ਦੀ ਕੁਲ ਵਿੱਚ ਪੈਦਾ ਹੋਣ ਵਾਲੇ, ਭੱਲੇ ਕੁਲ ਦੇ ਦੀਪਕ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ। ਤੇਰੇ ਗੁਣਾਂ ਨੂੰ ਕੋਈ ਗਿਣ ਨਹੀਂ ਸਕਦਾ, ਮਿਣ ਨਹੀਂ ਸਕਦਾ, ਸਮਗਰ ਕਹਿ ਨਹੀਂ ਸਕਦਾ, ਕਿਉਂਕਿ ਤੁਹਾਡੀ ਉਪਮਾ ਤਾਂ ਤੁਹਾਨੂੰ ਦੇਣੀ ਬਣ ਆਉਂਦੀ ਹੈ, ਤੁਹਾਡੇ ਨਾਲ ਕਿਸੇ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਇਹੋ ਜਿਹੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜਿਨ੍ਹਾਂ ਦਾ ਅੱਜ ਸਾਧ ਸੰਗਤ ਜੀ ਗੁਰਤਾ ਗੱਦੀ ਦਿਹਾੜਾ ਸੰਸਾਰ ਭਰ ਦੇ ਵਿੱਚ ਗੁਰੂ ਕੀਆਂ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ, ਉਹ ਸਤਿਗੁਰੂ ਜੀ ਦੇ ਜੀਵਨ ਦੀ ਬਾਬਤ ਥੋੜ੍ਹਾ ਜਿਹਾ ਸੰਖੇਪ ਰੂਪ ਦੇ ਵਿੱਚ 10 ਮਿੰਟਾਂ ਦੇ ਵਿੱਚ ਕਹਿਣ ਦਾ ਯਤਨ ਕਰਾਂਗਾ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜਿਨ੍ਹਾਂ ਦਾ ਜਨਮ ਨਗਰ ਬਾਸਰ ਕੇ ਗਿੱਲਾਂ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਿਤਾ ਤੇਜਭਾਨ ਦੇ ਘਰ ਮਾਤਾ ਲక్ష్ਮੀ ਜੀ ਦੀ ਕੁੱਖੋਂ ਹੋਇਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜਨਮ ਦਾ ਸੰਮਤ ਹੈ ਉਹ 1536 ਆ। ਵਿਸਾਖ ਸੁਦੀ 14 ਨੂੰ ਪੁੰਨਿਆਂ ਤੋਂ ਇੱਕ ਦਿਨ ਪਹਿਲਾਂ ਸੰਮਤ 1536 ਦੇ ਵਿੱਚ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ, ਜਨਮ ਹੋਇਆ ਪਿਤਾ ਤੇਜਭਾਨ ਭੱਲਾ ਜੀ ਦੇ ਗ੍ਰਹਿ ਵਿਖੇ। ਅਤੇ ਜੇ ਇਹਦਾ ਈਸਵੀ ਸਨ ਬਣਾਉਣਾ ਹੋਵੇ 1536 ਦਾ, ਅਤੇ 57 ਸਾਲ ਇਹਦੇ ਵਿੱਚੋਂ ਘਟਾ ਕੇ 1479 ਬਣਦਾ। ਅਤੇ ਖਿਆਲ ਕਰਿਓ ਸਤਿਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਹੈ 1469 ਦੇ ਵਿੱਚ ਹੋਇਆ ਕੱਤਕ ਦੀ ਪੂਰਨਮਾਸ਼ੀ ਨੂੰ, ਅਤੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ 1479 ਵਿੱਚ ਹੁੰਦਾ। ਇਹਦਾ ਮਤਲਬ ਇਹ ਹੋਇਆ ਕਿ ਉਮਰ ਦੇ ਵਿੱਚ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਨਾਲੋਂ 10 ਸਾਲ ਅਤੇ 15 ਕੁ ਦਿਨ ਛੋਟੇ ਹੈ, ਔਰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲੋਂ ਦੁਨਿਆਵੀ ਉਮਰ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਮਹਾਰਾਜ 25 ਵਰ੍ਹੇ ਵੱਡੇ ਸਨ। ਘਰ ਦੇ ਵਿੱਚ ਮਾਹੌਲ ਸ਼ੁਰੂ ਤੋਂ ਭਗਤੀ ਭਾਵ ਵਾਲਾ ਸੀ। ਵੈਸ਼ਨੋ ਦੇ ਸਾਧ ਸੰਗਤ ਜੀ ਭਗਵਾਨ ਵਿਸ਼ਨੂੰ ਦੇ ਇਹ ਪੁਜਾਰੀ ਸਨ। ਗੰਗਾ ਦੇ ਉੱਤੇ ਜਾਣਾ, ਤੀਰਥ ਸਥਾਨਾਂ ਦੇ ਉੱਤੇ ਮਾਤਾ ਪਿਤਾ ਨੇ ਜਾਣਾ, ਚੇਟਕ ਲੱਗੀ ਬਚਪਨ ਤੋਂ। ਜਿਸ ਤਰ੍ਹਾਂ ਦਾ ਘਰ ਵਿੱਚ ਮਾਹੌਲ ਹੁੰਦਾ ਬੱਚਿਆਂ ਨੇ ਅਗਾਂਹ ਸਾਧ ਸੰਗਤ ਜੀ ਉਵੇਂ ਦਾ ਸੁਭਾਅ ਉਹਨਾਂ ਦਾ ਬਣਦਾ, ਕਾਰ ਵਿਹਾਰ ਕਰਨਾ। ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਸਾਧ ਸੰਗਤ ਜੀ ਇਹ ਵੈਸ਼ਨਵ ਭਗਤੀ ਦੇ ਵਿੱਚ ਲੱਗ ਗਏ। ਵੈਸ਼ਨਵ ਭਗਤੀ ਦੇ ਵਿੱਚ ਬਚਪਨ ਤੋਂ ਹੀ, ਔਰ ਹਮੇਸ਼ਾ ਸੰਗ ਦੇ ਨਾਲ ਗੰਗਾ ਇਸ਼ਨਾਨ ਕਰਨ ਜਾਣਾ। 20 ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੰਗਾ ਦੇ ਉੱਤੇ ਇਸ਼ਨਾਨ ਕਰਨ ਸੰਗ ਦੇ ਨਾਲ ਗਏ। 20ਵੀਂ ਵਾਰੀ ਜਦੋਂ ਸਾਧ ਸੰਗਤ ਜੀ ਸੰਗ ਦੇ ਨਾਲ ਆਉਂਦੇ ਇੱਕ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੁਕੇ ਆ, ਅਤੇ ਸਾਧ ਸੰਗਤ ਜੀ
ਮਹੇੜਾ ਨਗਰ ਉਹ ਇਤਿਹਾਸ ਦੇ ਵਿੱਚ ਆਇਆ ਹੈ। ਉੱਥੇ ਇਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇੱਕ ਦੁਰਗਾ ਦਾਸ ਨਾਂ ਦਾ ਬ੍ਰਾਹਮਣ ਮਿਲਿਆ, ਬੜਾ ਤਕੜਾ ਜੋਤਸ਼ੀ ਹੈ, ਜੋਤਿਸ਼ ਚਲਾਉਂਦਾ ਜਿਹੜਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਫ਼ਰ ਦੀ ਥਕਾਵਟ ਦੂਰ ਕਰਨ ਵਾਸਤੇ ਬਾਬਾ ਅਮਰਦਾਸ ਜੀ ਉਦੋਂ ਗੁਰੂ ਨਹੀਂ ਸਨ ਬਣੇ, ਇਸ ਕਰਕੇ ਸ਼ਬਦ ਬਾਬਾ ਅਮਰਦਾਸ ਜੀ ਵਰਤ ਰਹੇ ਹਾਂ। ਸਤਿਗੁਰੂ ਸਾਹਿਬ ਜੀ ਆਪਣੇ ਪਹਿਲੇ ਜੀਵਨ ਦੇ ਵਿੱਚ ਜਦੋਂ ਗੰਗਾ ਤੋਂ ਵਾਪਸ ਆਏ ਹੈ ਤੇ ਆਰਾਮ ਕਰਨ ਦੇ ਵਾਸਤੇ, ਜਿਵੇਂ ਆਮ ਸਾਧ ਸੰਗਤ ਦੀ ਮਨੁੱਖ ਆਰਾਮ ਕਰਦਾ ਹੋਇਆ ਲੱਤ ਦੇ ਉੱਤੇ ਲੱਤ ਰੱਖ ਕੇ ਪੈ ਜਾਂਦਾ ਨਾ, ਇਉਂ ਲੰਮੇ ਪਏ ਹੋਏ ਆ। ਇਹ ਜੋਤਸ਼ੀ ਨੇ ਜਦੋਂ ਇਹਨਾਂ ਦੇ ਚਰਨਾਂ ਵੱਲ ਵੇਖਿਆ, ਇਹਨਾਂ ਦੇ ਚਰਨ ਦੇ ਵਿੱਚ ਇਸ ਜੋਤਸ਼ੀ ਨੂੰ, ਦੁਰਗਾ ਦਾਸ ਨੂੰ ਪਦਮ ਝਲਕਦਾ ਹੋਇਆ ਦਿਖਾਈ ਦਿੱਤਾ। ਨੇੜੇ ਆ ਕੇ ਇਹਨਾਂ ਦੇ ਕਹਿਣ ਲੱਗਾ ਕਿ ਤੁਸੀਂ ਜਾਂ ਤਾਂ ਕੋਈ ਚੱਕਰਵਰਤੀ ਬਾਦਸ਼ਾਹ ਬਣੋਗੇ ਆਉਣ ਵਾਲੇ ਸਮੇਂ ਦੇ ਵਿੱਚ, ਤੇ ਜਾਂ ਤੁਸੀਂ ਕੋਈ ਗੁਰੂ ਪੀਰ ਅਵਤਾਰ ਹੋ। ਸਤਿਗੁਰੂ ਸੱਚੇ ਪਾਤਸ਼ਾਹ ਅੱਗੋਂ ਹੱਸ ਪਏ, ਕਹਿੰਦੇ ਮੈਂ ਤਾਂ ਆਮ ਮਨੁੱਖ ਹੈ, ਮੈਂ ਕਿਹੜਾ ਕੋਈ ਗੁਰੂ ਪੀਰ ਹੈ। ਹਾਂ, ਪਰਮਾਤਮਾ ਦੀ ਭਗਤੀ ਜਿੰਨਾ ਕੁ ਹੁੰਦੀ ਆ ਉਹਨਾਂ ਕੁ ਮੈਂ ਚਲੋ ਆਪਣੀ ਮੱਤ ਦੇ ਨਾਲ ਕਰ ਰਿਹਾ, ਤੇ ਬਾਦਸ਼ਾਹ ਨਹੀਂ ਕੋਈ, ਮੇਰਾ ਤਾਂ ਥੋੜ੍ਹਾ ਬਹੁਤਾ ਹੱਟੀ ਦਾ ਕੰਮਕਾਰ ਆ, ਪਿਤਾ ਪੁਰਖੀ ਜਿਹੜਾ ਅਸੀਂ ਸਾਰੇ ਤਿੰਨੇ ਚਾਰੇ ਭਰਾ ਰਲ ਮਿਲ ਕੇ ਕਰਦੇ ਹਾਂ। ਸੋ ਇਸ ਪ੍ਰਕਾਰ ਕੋਈ ਮੈਂ ਬਾਦਸ਼ਾਹ ਵਜ਼ੀਰ ਰਾਜਾ ਨਹੀਂ ਹਾਂ। ਜੋਤਸ਼ੀ ਦੁਰਗਾ ਦਾਸ ਕਹਿਣ ਲੱਗਾ ਜੀ ਨਹੀਂ ਹੋ ਤਾਂ ਆਉਣ ਵਾਲੇ ਸਮੇਂ ਵਿੱਚ ਬਣ ਜਾਓਗੇ, ਪਰ ਮੇਰੀ ਇੱਕ ਬੇਨਤੀ ਮੰਨਿਓ, ਜਦੋਂ ਤੁਸੀਂ ਬਾਦਸ਼ਾਹ ਬਣ ਜਾਓ, ਵੱਡੇ ਆਦਮੀ ਬਣ ਜਾਓ, ਤਾਂ ਮੈਂ ਜੋ ਆਪ ਜੀ ਦੇ ਦਰ ਤੋਂ ਮੰਗਾਂਗਾ ਤੇ ਮੇਰੀ ਭਾਵਨਾ ਜ਼ਰੂਰ ਪੂਰੀ ਕਰ ਦਿਓ, ਮੇਰੀ ਮੰਗ ਜ਼ਰੂਰ ਪੂਰੀ ਕਰਿਓ। ਸਤਿਗੁਰੂ ਪਾਤਸ਼ਾਹ ਕਹਿੰਦੇ ਚੱਲ ਠੀਕ ਆ, ਹੱਸ ਪਏ, ਕਿਉਂਕਿ ਕਿਹੜਾ ਪਤਾ ਸੀ ਵੀ ਆਉਣ ਵਾਲੇ ਸਮੇਂ ਵਿੱਚ ਕੀ ਹੋਣਾ। ਇਉਂ ਵਚਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਪਸ ਆਪਣੇ ਨਗਰ ਆ ਗਏ ਹੈ। ਰਸਤੇ ਵਿੱਚ ਆਉਂਦਿਆਂ ਨੂੰ ਇਹਨਾਂ ਨੂੰ ਸਾਧ ਸੰਗਤ ਜੀ ਇੱਕ ਸਾਧੂ ਮਹਾਤਮਾ ਜਿਹੜਾ ਬੜਾ ਨੇਮੀ ਪ੍ਰੇਮੀ ਹੈ ਉਹ ਮਿਲਿਆ। ਉਹਨੇ ਜਾਣਿਆ ਵੀ ਇਹ ਵੀ ਪ੍ਰਮਾਤਮਾ ਦੀ ਭਗਤੀ ਵਾਲੇ ਹੈ, ਗੰਗਾ ਜੀ ਦੇ ਉੱਤੇ ਜਾ ਕੇ ਆਏ ਹੈ, ਸੋ ਬੜਾ ਚੰਗਾ ਇਹਨਾਂ ਦਾ ਜੀਵਨ ਹੈ। ਸਤਿਗੁਰੂ ਜੀ ਦੇ ਨਾਲ ਉਹ ਬ੍ਰਹਮਚਾਰੀ ਜਿਹੜਾ ਸਾਧੂ ਆ ਉਹ ਇਹਨਾਂ ਦੇ ਘਰ ਆ ਗਿਆ। ਘਰ ਕਈ ਦਿਨ ਰਿਹਾ। ਕਈ ਦਿਨ ਰਹਿਣ ਤੋਂ ਬਾਅਦ ਜਿਸ ਵੇਲੇ ਵਾਪਸ ਜਾਣ ਦੀ ਗੱਲ ਕੀਤੀ, ਕਹਿਣ ਲੱਗਾ ਜੀ ਬਹੁਤ ਚੰਗਾ ਹੋਇਆ ਤੁਹਾਡਾ ਸੰਗ ਕੀਤਾ, ਹੁਣ ਮੈਂ ਵਾਪਸ ਜਾਣਾ ਚਾਹੁੰਦਾ, ਨਹੀਂ ਤਾਂ ਦੁਨੀਆ ਦੇ ਵਿੱਚ ਗ੍ਰਸਤੀਆਂ ਦੇ ਘਰਾਂ ਦੇ ਵਿੱਚ ਰਹਿਣਾ ਔਖਾ ਹੁੰਦਾ। ਮੇਰਾ ਇਹ ਨਿਯਮ ਹੈ ਵੀ ਜਿਹਨੇ ਗੁਰੂ ਨਾਂ ਧਾਰਨ ਕੀਤਾ ਹੋਵੇ, ਪ੍ਰਮਾਤਮਾ ਨਾਲ ਨਾ ਜੁੜਿਆ ਹੋਵੇ, ਉਹਨਾਂ ਦੇ ਘਰ ਦਾ ਮੈਂ ਭੋਜਨ ਪ੍ਰਸ਼ਾਦਾ ਨਹੀਂ ਛਕਦਾ। ਉਸ ਵੇਲੇ ਬਾਬਾ ਅਮਰਦਾਸ ਜੀ ਨੇ ਸੋਚਿਆ ਵੀ ਗੁਰੂ ਤਾਂ ਮੈਂ ਵੀ ਧਾਰਨ ਨਹੀਂ ਕੀਤਾ ਹੁਣ ਤੱਕ, ਔਰ ਸੰਤਾਂ ਨੂੰ, ਇਹਨਾਂ ਮਹਾਤਮਾ ਨੂੰ ਝੂਠ ਵੀ ਨਹੀਂ ਬੋਲਣਾ ਚਾਹੀਦਾ, ਸੱਚ ਦੱਸ ਦਿੱਤਾ। ਕਹਿਣ ਲੱਗੇ ਜੀ ਮੈਂ ਵੀ ਹਾਲੇ ਨਗੋਰਾ ਹੀ ਹਾਂ, ਗੁਰੂ ਮੈਂ ਵੀ ਹਾਲੇ ਤੱਕ ਧਾਰਨ ਨਹੀਂ ਕੀਤਾ। ਬ੍ਰਹਮਚਾਰੀ ਬੜਾ ਗੁੱਸੇ ਵਿੱਚ ਆਇਆ, ਕਹਿੰਦਾ ਤੁਸੀਂ ਤਾਂ ਮੇਰਾ ਜੀਵਨ ਹੀ ਭ੍ਰਿਸ਼ਟ ਕਰ ਦਿੱਤਾ, ਮੈਂ ਤੁਹਾਡੇ ਘਰ ਦਾ ਖਾ ਲਿਆ, ਇੰਨੇ ਦਿਨ ਤੁਹਾਡੇ ਕੋਲ ਰਹਿੰਦਾ ਰਿਹਾ, ਤੇ ਮੇਰਾ ਨਿਯਮ ਸੀ ਵੀ ਗੁਰੂ ਧਾਰਨ ਕੀਤੇ ਵਾਲੇ ਦੇ ਘਰੋਂ ਹੀ ਛਕਣਾ ਛਕਾਉਣਾ, ਨਗੋਰੇ ਦੇ ਘਰੋਂ ਨਹੀਂ ਛਕਣਾ, ਤੁਸੀਂ ਤਾਂ ਮੇਰਾ ਧਰਮ ਭ੍ਰਿਸ਼ਟ ਕਰ ਦਿੱਤਾ। ਇਉਂ ਮੰਦਾ ਚੰਗਾ ਬੋਲਦਾ ਹੋਇਆ ਇਹ ਸਾਧੂ ਤਾਂ ਘਰੋਂ ਚਲਿਆ ਗਿਆ। ਪਰ ਬਾਬਾ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਨ ਬੜਾ ਬੇਚੈਨ ਹੋਇਆ ਵੀ ਉਹ ਗੁਰੂ ਤੋਂ ਜਿਹੜਾ ਬੇਮੁਖ ਹੈ, ਗੁਰੂ ਜੀ ਨੇ ਧਾਰਨ ਨਹੀਂ ਕੀਤਾ, ਨਗੋਰੇ ਬੰਦੇ ਦਾ ਇੰਨਾ ਮਾੜਾ ਜੀਵਨ, ਸਾਧੂ ਮਹਾਤਮਾ ਉਹਦੇ ਘਰੋਂ ਭੋਜਨ ਪ੍ਰਸ਼ਾਦਾ ਨਹੀਂ ਛਕਦੇ, ਜੇ ਛਕ ਲੈਣ ਤਾਂ ਆਪਣਾ ਜਨਮ ਭ੍ਰਿਸ਼ਟ ਹੋਇਆ ਜਾਣਦੇ ਆ। ਚੇਟਕ ਲੱਗ ਗਈ ਬਈ ਹੁਣ ਗੁਰੂ ਧਾਰਨ ਜ਼ਰੂਰ ਕਰਨਾ। ਦਿਨ ਰਾਤ ਸੋਚਦੇ ਰਹਿੰਦੇ ਐ ਸੱਚਾ ਗੁਰੂ ਮਿਲੇ ਕਿੱਥੇ, ਕਿੱਥੇ ਜਾ ਕੇ ਗੁਰੂ ਧਾਰਨ ਕਰਾਂ। ਐਨੇ ਸਾਧ ਸੰਗਤ ਜੀ ਕੁਦਰਤੀ ਐਸੀ ਖੇਡ ਵਰਤੀ ਕਿ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੁੱਤਰੀ ਬਾਬਾ ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ, ਭਰਾ ਦੇ ਘਰੇ ਇਹਨਾਂ ਦੀ ਨੂੰਹ ਲੱਗਦੀ ਸੀ ਰਿਸ਼ਤੇਦਾਰ ਦੇ ਵਿੱਚ। ਇੱਕ ਦਿਨ ਅੰਮ੍ਰਿਤ ਵੇਲੇ ਬੀਬੀ ਅਮਰੋ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੁਪੁੱਤਰੀ ਉਹ ਗੁਰੂ ਕੀ ਬਾਣੀ ਦਾ ਜਾਪ ਕਰ ਰਹੀ ਹੈ, ਨਾਲ ਨਾਲ ਦੁੱਧ ਰਿੜਕ ਰਹੀ ਹੈ। ਵੇਖੋ ਪੁਰਾਣੇ ਸਮਿਆਂ ਦੇ ਵਿੱਚ ਬੀਬੀਆਂ ਦਾ ਜੀਵਨ, ਹੱਥੀਂ ਕੰਮਕਾਰ ਵੀ ਕਰਨਾ, ਨਾਲ ਨਾਲ ਗੁਰਬਾਣੀ ਦਾ ਪਾਠ ਵੀ ਕਰਨਾ। ਅੱਜ ਸਾਡੀ ਅਧੋਗਤੀ ਕਿਉਂ ਹੋ ਰਹੀ ਹੈ? ਸਾਡੇ ਪਰਿਵਾਰ ਕਿਉਂ ਟੁੱਟ ਰਹੇ ਆ? ਲੜਾਈ ਝਗੜਾ ਕਿਉਂ ਹੈ? ਪਰਿਵਾਰ ਦਾ ਆਪਸ ਵਿੱਚ ਇਤਫਾਕ ਕਿਉਂ ਨਹੀਂ? ਕਿਉਂ ਇੱਕ ਦੂਜੇ ਨੂੰ ਟੁੱਟ ਟੁੱਟ ਕੇ ਪੈਂਦੇ ਆ? ਕਿਉਂ ਸੁਭਾਅ ਚੰਗਾ ਨਹੀਂ? ਕਿਉਂਕਿ ਸਾਡਾ ਜਿਹੜਾ ਭੋਜਨ ਬਣਦਾ ਨਾ,
ਪ੍ਰਸ਼ਾਦਾ ਤਿਆਰ ਹੁੰਦਾ ਘਰ ਵਿੱਚ, ਉਹ ਤਾਂ ਸਾਧ ਸੰਗਤ ਜੀ ਸਾਸ ਵੀ ਕਵੀ ਬਹੂ ਥੀ ਉਹ ਦੇਖਦਿਆਂ ਹੋਇਆਂ ਤਿਆਰ ਹੁੰਦਾ। ਸਾਹਮਣੇ ਟੀਵੀ ਲੱਗਿਆ ਹੁੰਦਾ, ਬੀਬੀਆਂ ਦਾ ਧਿਆਨ ਉਧਰ ਨੂੰ ਹੁੰਦਾ ਤੇ ਭੋਜਨ ਪ੍ਰਸ਼ਾਦਾ ਵੀ ਨਾਲ ਕੜਛੀ ਵੀ ਚੱਲੀ ਜਾਂਦੀ ਹੈ, ਰੋਟੀਆਂ ਵੀ ਥੱਪ ਹੋ ਰਹੀਆਂ। ਫਿਰ ਜਿੱਦਾਂ ਦਾ ਲੜਾਈ ਝਗੜੇ ਉਹ ਸੀਰੀਅਲਾਂ ਦੇ ਵਿੱਚ ਹੁੰਦੇ ਆ, ਉੱਦਾਂ ਦਾ ਸਾਡੇ ਘਰ ਦਾ ਮਾਹੌਲ ਹੋਣਾ। ਸਿਆਣੇ ਕਹਿੰਦੇ ਆ ਵੀ ਜਿਹੋ ਜਿਹਾ ਅੰਨ ਖਾਈਏ ਉਹ ਜਿਹਾ ਮਨ ਬਣਦਾ, ਜੈਸਾ ਖਾਈਏ ਅੰਨ ਤੈਸਾ ਹੋਵੇ ਮਨ। ਉਸ ਤਰ੍ਹਾਂ ਦਾ ਸਾਡੇ ਭੋਜਨ ਪ੍ਰਸ਼ਾਦੇ ਦੇ ਉੱਤੇ ਅਸਰ ਹੁੰਦਾ, ਉੱਦਾਂ ਦਾ ਭੋਜਨ ਅਸੀਂ ਛਕਦੇ ਹਾਂ। ਅਤੇ ਸਾਧ ਸੰਗਤ ਜੀ ਉਹ ਅਸਰ ਸਾਡੇ ਘਰਾਂ ਵਿੱਚ ਹੋ ਜਾਂਦਾ। ਫਿਰ ਸਾਹਮਣੇ ਟੀਵੀ ਦੇਖਦਿਆਂ ਭੋਜਨ ਤਿਆਰ ਕਰਨਾ, ਲੜਾਈ ਝਗੜੇ ਵਾਲੀਆਂ ਫਿਲਮਾਂ ਦੇਖਦਿਆਂ ਭੋਜਨ ਤਿਆਰ ਕਰਨਾ ਬੀਬੀਆਂ ਨੇ, ਇਹ ਮੂਲ ਕਾਰਨ ਹੈ ਸਾਡੇ ਘਰਾਂ ਦੇ ਵਿੱਚ ਅੱਜ ਬਰਕਤ ਨਹੀਂ ਜਿਹੜੀ ਅੰਨ ਦੇ ਵਿੱਚ ਪੈ ਰਹੀ। ਜਿਹੜਾ ਸਾਡੇ ਘਰਾਂ ਵਿੱਚ ਲੜਾਈ ਝਗੜੇ ਹੈ, ਇਹਦਾ ਕਾਰਨ ਇਹ ਹੈ ਕਿ ਪੁਰਾਤਨ ਸਮਿਆਂ ਵਿੱਚ ਬੀਬੀਆਂ ਉਹ ਭੋਜਨ ਪ੍ਰਸ਼ਾਦਾ ਤਿਆਰ ਕਰਨਾ, ਬੀਬੀ ਅਮਰੋਂ ਦੁੱਧ ਰਿੜਕ ਰਹੀ ਹੈ, ਨਾਲ ਕਈ ਇਤਿਹਾਸਕਾਰਾਂ ਨੇ ਲਿਖਿਆ ਸੁਖਮਨੀ ਵਾਹਿਗੁਰੂ ਆਸਾ ਦੀ ਵਾਰ ਦਾ ਜਾਪ ਕਰ ਰਹੀ ਹੈ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਉਂ ਬੀਬੀ ਅਮਰੋ ਜੀ ਦੁੱਧ ਵੀ ਰਿੜਕ ਰਹੇ ਆ, ਗੁਰਬਾਣੀ ਦਾ ਜਾਪ ਵੀ ਕਰ ਰਹੇ ਆ। ਬਾਬਾ ਅਮਰਦਾਸ ਜੀ ਦੇ ਕੰਨੀ ਇਹ ਆਵਾਜ਼ ਪਈ। ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਬੀਬੀ ਅਮਰੋ ਨੇ ਉਸ ਵੇਲੇ ਇਹ ਸ਼ਬਦ ਦਾ ਜਾਪ ਕੀਤਾ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ, ਜਿਹੜਾ ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਆਉਂਦਾ। ਔਰ ਸ਼ਬਦ ਦੇ ਅੰਤ ਦੇ ਉੱਤੇ ਅੰਤਲੀਆਂ ਤੁਕਾਂ ਹਨ, ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟਸ ਦੇਹਾ। ਸੋ ਇਹ ਸ਼ਬਦ ਦਾ ਜਾਪ ਜਾਂ ਜਿਸ ਵੀ ਗੁਰਬਾਣੀ ਦਾ ਜਾਪ ਬੀਬੀ ਅਮਰੋ ਜੀ ਕਰ ਰਹੇ ਹੈ, ਬਾਬਾ ਅਮਰਦਾਸ ਜੀ ਨੇ ਜਦੋਂ ਸੁਣਿਆ ਨਾ, ਮਨ ਦੇ ਵਿੱਚ ਸ਼ਾਂਤੀ ਆ ਗਈ, ਮਨ ਟਿਕ ਗਿਆ ਵੀ ਐਸਾ ਵੀ ਗੁਰੂ ਹੁੰਦਾ ਜਿਹਨੂੰ ਮਿਲੀਏ। ਅਤੇ ਉਹ ਮਨੂਰ ਕਹਿੰਦੇ ਆ ਸਾਧ ਸੰਗਤ ਜੀ, ਜਿਹੜਾ ਲੋਹਾ ਜਿਵੇਂ ਧਰਤੀ ਵਿੱਚ ਦੱਬਿਆ ਜਾਵੇ ਨਾ, ਮਿੱਟੀ ਹਵਾ ਦੇ ਸੰਪਰਕ ਵਿੱਚ ਰਹਿ ਜਾਵੇ ਅਤੇ ਉਹਦੇ ਉੱਪਰ ਜੰਗਾਲ ਜਿਹਾ ਲੱਗ ਕੇ ਅਤੇ ਉਹ ਛੋਟਾ ਪੱਤਰੀਆਂ ਦੇ ਰੂਪ ਦੇ ਵਿੱਚ ਹੋ ਜਾਂਦਾ। ਆਪਾਂ ਨੂੰ ਪਤਾ ਹੈ ਲੋਹੇ ਨੂੰ ਬਾਹਰ ਰੱਖਿਆ ਪਿਆ ਹੋਵੇ, ਮਿੱਟੀ ਵਿੱਚ ਪਿਆ ਹੋਵੇ, ਹਵਾ ਲੱਗਦੀ ਹੋਵੇ ਅਤੇ ਉਹਦੇ ਉੱਤੋਂ ਭੁਰਨ ਲੱਗ ਪੈਂਦਾ, ਉਹਨੂੰ ਮਨੂਰ ਕਹਿੰਦੇ ਆ। ਮਨ ਦੇ ਵਿੱਚ ਅਰਥ ਸਮਝ ਆਏ ਕਿ ਜੇ ਕੋਈ ਮਨੂਰ ਵੀ ਹੋਵੇ, ਲੋਹੇ ਵਰਗਾ ਵੀ ਹੋਵੇ, ਉਹਨੂੰ ਵੀ ਸਤਿਗੁਰੂ ਸੋਨੇ ਵੱਤ ਕਰ ਦਿੰਦੇ ਆ। ਅਤੇ ਜੇ ਕੋਈ ਮਨ ਗੁਰੂ ਤੋਂ ਟੁੱਟਿਆ ਹੋਵੇ, ਸਤਿਗੁਰੂ ਜੀ ਅੰਮ੍ਰਿਤ ਨਾਮ ਦੀ ਬਖਸ਼ਿਸ਼ ਕਰਕੇ ਉਹਦੀ ਵੀ ਦੇਹੀ ਨੂੰ ਤ੍ਰਿਪਤ ਕਰ ਦਿੰਦੇ ਆ, ਉਹਦੀ ਦੇਹੀ ਨੂੰ, ਸਰੀਰ ਨੂੰ ਸਫਲਾ ਕਰ ਦਿੰਦੇ ਆ। ਸੁਣਦੇ ਰਹੇ ਜਦੋਂ ਬੀਬੀ ਜੀ ਪਾਠ ਕਰਕੇ ਹਟੇ, ਬਾਬਾ ਅਮਰਦਾਸ ਜੀ ਕਹਿੰਦੇ, ਪੁੱਤਰੀ ਆਹ ਜਿਹੜਾ ਕਲਾਮ ਤੂੰ ਪੜ੍ਹਿਆ, ਜਿਹੜੀ ਬਾਣੀ ਪੜ੍ਹੀ ਹੈ, ਕਿਹਦੀ ਬਾਣੀ ਹੈ? ਆਖਿਆ, ਪਿਤਾ ਜੀ ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਹੈ। ਆਖਿਆ, ਪੁੱਤਰੀ ਇਹ ਜਿਹੜੀ ਬਾਣੀ ਸੁਣ ਕੇ ਨਾ ਮਨ ਨੂੰ ਬੜੀ ਕਲੇਜੇ ਨੂੰ ਠੰਡਕ ਪਈ ਆ, ਮਨ ਸ਼ਾਂਤ ਹੋ ਗਿਆ। ਉਹ ਸਤਿਗੁਰੂ ਨਾਨਕ ਦੇਵ ਜੀ ਕਿੱਥੇ ਰਹਿੰਦੇ ਆ, ਮੈਨੂੰ ਉਹਨਾਂ ਦੇ ਦਰਸ਼ਨ ਕਰਵਾ ਦੇ। ਕਹਿਣ ਲੱਗੀ, ਜੀ ਪਿਤਾ ਜੀ ਸਤਿਗੁਰੂ ਪਾਤਸ਼ਾਹ ਜੀ ਤਾਂ ਸਰੀਰ ਕਰਕੇ ਉਹਲੇ ਹੋ ਗਏ ਆ ਸੰਸਾਰ ਤੋਂ, ਉਹਨਾਂ ਦੀ ਗੱਦੀ ਦੇ ਵਾਰਸ ਮੇਰੇ ਪਿਤਾ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਖਡੂਰ ਸਾਹਿਬ ਬਰਾਜਦੇ ਆ। ਆਖਿਆ, ਪੁੱਤਰੀ ਚੱਲ ਮੇਰੇ ਨਾਲ, ਮੈਨੂੰ ਉਹਨਾਂ ਦੇ ਦਰਸ਼ਨ ਕਰਾ। ਆਖਿਆ, ਪਿਤਾ ਜੀ ਤੁਹਾਡਾ ਹੁਕਮ ਸਿਰ ਮੱਥੇ ਹੈ, ਮੈਂ ਤੁਹਾਡੇ ਨਾਲ ਜਾ ਸਕਦੀ ਹਾਂ, ਪਰ ਜਦੋਂ ਮੈਂ ਵਿਆਹ ਕੇ ਤੁਹਾਡੇ ਘਰ ਆਈ ਸੀ ਨਾ ਇੱਥੇ, ਉਸ ਵੇਲੇ ਮੇਰੇ ਗੁਰੂ ਪਿਤਾ ਨੇ ਇਹ ਵਚਨ ਕੀਤਾ ਸੀ, ਹੁਕਮ ਕੀਤਾ ਸੀ ਕਿ ਪੁੱਤਰੀ ਤੈਨੂੰ ਅਸੀਂ ਵਿਆਹ ਦਿੱਤਾ ਹੈ, ਸੁੱਖ ਹੋਵੇ ਦੁੱਖ ਹੋਵੇ, ਤੂੰ ਹੁਣ ਆਪਣੇ ਸਹੁਰੇ ਘਰ ਸਮਾਂ ਕੱਢਣਾ ਹੈ। ਜੇ ਤੈਨੂੰ ਕੋਈ ਦੁੱਖ ਤਕਲੀਫ ਹੈ, ਅਸੀਂ ਤੇਰੇ ਕੋਲ ਆਵਾਂਗੇ, ਉੱਥੇ ਆ ਕੇ ਤੈਨੂੰ ਤੇਰੀ ਸਾਰੀ ਗੱਲਬਾਤ ਸੁਣਾਂਗੇ, ਪਰ ਜਿੰਨੀ ਦੇਰ ਤੱਕ ਅਸੀਂ ਇੱਥੋਂ ਕੋਈ ਸੁੱਖ ਸੁਨੇਹਾ ਨਾ ਭੇਜੀਏ, ਉਨੀ ਦੇਰ ਤੱਕ ਤੂੰ ਆਪਣੇ ਪੇਕੇ ਘਰੇ ਪੈਰ ਨਹੀਂ ਪਾਉਣੇ। ਆ ਕੇ ਇਹ ਸਿਆਣੇ ਮਾਂ-ਬਾਪ ਦੀ ਸਾਧ ਸੰਗਤ ਜੀ ਪੁੱਤਰੀ ਨੂੰ ਸਿੱਖਿਆ। ਨਹੀਂ ਤਾਂ ਅੱਜ ਕੱਲ੍ਹ ਕੀ ਹੁੰਦਾ, ਘਰ ਦੇ ਵਿੱਚ ਥੋੜ੍ਹੀ ਬਹੁਤੀ ਕੋਈ ਗੱਲਬਾਤ, ਇਹ ਆਮ ਹੀ ਵਰਤਾਰਾ ਹੈ, ਸੰਸਾਰ ਦੇ ਵਿੱਚ ਵਰਤਦਾ ਹੀ ਰਹਿੰਦਾ। ਘਰ ਦੇ ਵਿੱਚ ਥੋੜ੍ਹੀ ਬਹੁਤੀ ਕਹਾ ਸੁਣੀ ਹੋ ਗਈ, ਸੱਸ ਨੇ ਕੁਝ ਕਹਿ ਦਿੱਤਾ, ਪਤੀ ਨੇ ਕੁਝ ਕਹਿ ਦਿੱਤਾ, ਘਰ ਵਿੱਚੋਂ ਕਿਸੇ ਨੇ ਹੋਰ ਕੁਝ ਕਹਿ ਦਿੱਤਾ, ਅਤੇ ਆਮ ਕਈਆਂ ਦਾ ਸੁਭਾਅ ਹੁੰਦਾ, ਬੀਬੀਆਂ ਦਾ ਨਾਲ ਦੀ ਨਾਲ ਚੱਕਿਆ ਫੋਨ ਘੁਮਾਇਆ ਅਤੇ ਪੇਕਿਆਂ ਨੂੰ ਦੱਸ ਦਿੱਤਾ।
ਤੇ ਸਾਧ ਸੰਗਤ ਜੀ ਫਿਰ ਲੜਾਈ ਝਗੜੇ ਵਧਣੇ ਹੀ ਹੈ। ਸਤਿਗੁਰੂ ਤਾਂ ਕਹਿੰਦੇ ਨਿਵਣ ਸੁਅੱਖਰ ਖਾਵਣ ਗੁਣ ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ। ਨਿਮਰਤਾ ਧਾਰਨ ਕਰਨੀ, ਬੋਲਿਆ ਹੋਇਆ ਉੱਚਾ ਨੀਵਾਂ ਸਹਾਰ ਲੈਣਾ, ਤੇ ਜੀਭ ਤੋਂ ਮਿੱਠੇ ਮਿੱਠੇ ਬੋਲ ਬੋਲਣੇ, ਇਹ ਮੰਤਰ ਹੈ ਗ੍ਰਸਤੀ ਨੂੰ ਸੁਖੀ ਰੱਖਣ ਦਾ। ਜਦੋਂ ਤਿੰਨੇ ਪ੍ਰਕਾਰ ਦੀਆਂ ਚੀਜ਼ਾਂ ਹੋਣਗੀਆਂ, ਆਹ ਮੰਤਰ ਹੋਵੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਭੈਣੇ ਫਿਰ ਤੇਰਾ ਪਤੀ ਤੇਰੇ ਵੱਸ ਦੇ ਵਿੱਚ ਰਹੂਗਾ, ਕਦੇ ਤੇਰੇ ਹੁਕਮ ਤੋਂ ਬਾਹਰ ਨਹੀਂ ਹੋਊਗਾ। ਰਲ ਮਿਲ ਕੇ ਚੰਗੇ ਫੈਸਲੇ ਘਰ ਦੇ ਗ੍ਰਸਤੀ ਦੇ ਤੁਸੀਂ ਲਓਗੇ। ਪਰ ਜਦੋਂ ਸਾਧ ਸੰਗਤ ਜੀ ਘਰ ਦੀ ਗੱਲ ਘਰ ਵਿੱਚ ਕਰਨ ਦੇ ਨਾਲੋਂ ਜਦੋਂ ਪੇਕਿਆਂ ਨੂੰ ਫੋਨ ਜਾਣ ਲੱਗ ਪੈਣ, ਤੇ ਫਿਰ ਸਾਧ ਸੰਗਤ ਜੀ ਲੜਾਈ ਝਗੜੇ ਤਾਂ ਘਰ ਵਿੱਚ ਪੈਦਾ ਹੋਣੇ ਹੀ ਹੈ। ਪਰ ਵੇਖੋ ਕਿੰਨੀ ਸ਼ੁਭ ਸਿੱਖਿਆ ਦਿੱਤੀ ਸਤਿਗੁਰੂ ਅੰਗਦ ਦੇਵ ਮਹਾਰਾਜ ਨੇ, ਪੁੱਤਰੀ ਸਾਡੇ ਕਹੇ ਬਿਨਾਂ ਪੇਕੇ ਘਰ ਪੈਰ ਨਹੀਂ ਪਾਉਣੇ, ਇਹ ਨਹੀਂ ਵੀ ਰੁੱਸ ਕੇ ਇੱਥੇ ਆ ਕੇ ਬਹਿ ਜਾਣ। ਬਾਬਾ ਅਮਰਦਾਸ ਜੀ ਕਹਿੰਦੇ ਸਤਿਗੁਰੂ ਨੂੰ ਮੈਂ ਬੇਨਤੀ ਕਰ ਲਵਾਂਗਾ, ਪਰ ਪੁੱਤਰੀ ਮੇਰੇ ਨਾਲ ਚੱਲ। ਹੁਣ ਰਹਿ ਨਹੀਂ ਹੁੰਦਾ, ਸੱਚਾ ਸਤਿਗੁਰੂ ਜੇ ਮਿਲ ਪਿਆ ਨਾ, ਉਹਨਾਂ ਦੇ ਦਰਸ਼ਨ ਮੈਂ ਜ਼ਰੂਰ ਕਰਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਬਾਬਾ ਅਮਰਦਾਸ ਜੀ ਆਪਣੀ ਨੂੰਹ ਬੀਬੀ ਅਮਰੋ ਦੇ ਨਾਲ ਖਡੂਰ ਸਾਹਿਬ ਵਿਖੇ ਆਏ ਆ। ਮੈਂ ਸੰਖੇਪ ਕਰਾਂ, ਆ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਢਹਿ ਪਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹੋਂ ਫੜ ਕੇ ਉਠਾਉਂਦੇ ਆ, ਪੁਰਖਾ ਉੱਠ, ਸੇਵਾ ਦੇ ਨਾਲ ਜੀਵਨ ਸਫਲਾ ਹੁੰਦਾ, ਉੱਠ, ਇਹ ਵਚਨ ਕਰ ਦਿੱਤੇ। ਜਦੋਂ ਸਾਧ ਸੰਗਤ ਜੀ ਇਹ ਵਚਨ ਕੀਤੇ, ਬਾਬਾ ਅਮਰਦਾਸ ਜੀ ਉੱਠੇ। ਕੁੜਮ ਜਾਣ ਕੇ ਸਤਿਗੁਰੂ ਜੀ ਨੇ ਆਪਣੇ ਨਾਲ ਬਿਠਾਉਣਾ ਚਾਹਿਆ ਉੱਚੀ ਜਗ੍ਹਾ 'ਤੇ, ਸਿੰਘਾਸਣ 'ਤੇ, ਪਰ ਬਹੁਤ ਵਾਰ ਕਹਿਣ ਦੇ ਬਾਵਜੂਦ ਵੀ ਬਾਬਾ ਅਮਰਦਾਸ ਜੀ ਕਹਿੰਦੇ ਮਹਾਰਾਜ ਮੈਂ ਤੁਹਾਡਾ ਕੁੜਮ ਬਣ ਕੇ ਨਹੀਂ ਆਇਆ, ਤੁਹਾਡਾ ਸਿੱਖ ਸੇਵਕ ਬਣ ਕੇ ਆਇਆ, ਮੈਨੂੰ ਹੇਠਾਂ ਸੰਗਤ ਦੇ ਨਾਲ ਹੀ ਬੈਠਾ ਰਹਿਣ ਦਿਓ। ਦਰਸ਼ਨ ਕੀਤੇ, ਸਤਿਗੁਰੂ ਜੀ ਦੇ ਬਚਨਾਂ ਨੂੰ ਸੁਣਿਆ, ਮਨ ਨੂੰ ਸ਼ਾਂਤੀ ਐਨੀ ਆਈ। ਬਸ ਉਸ ਦਿਨ ਤੋਂ ਬਾਬਾ ਅਮਰਦਾਸ ਜੀ ਸਤਿਗੁਰੂ ਜੀ ਦੇ ਹੋ ਕੇ ਰਹਿ ਗਏ। ਕੁੜਮਾਚਾਰੀ ਦੀ ਗੱਲ ਨਹੀਂ ਮਨ ਵਿੱਚ ਲਿਆਂਦੀ ਕਿ ਇਹਨਾਂ ਦੀ ਪੁੱਤਰੀ ਸਾਡੇ ਘਰ ਵਿਆਹੀ ਹੋਈ ਹੈ, ਮੇਰੇ ਭਰਾ ਦੇ ਲੜਕੇ ਨੂੰ ਵਿਆਹੀ ਹੋਈ ਹੈ। ਇੱਕ ਸਿੱਖ ਦੇ ਵਜੋਂ 12 ਸਾਲ ਬਾਬਾ ਅਮਰਦਾਸ ਜੀ ਮਹਾਰਾਜ ਨੇ ਸਾਧ ਸੰਗਤ ਜੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਸੇਵਾ ਕੀਤੀ। ਲੱਕੜਾਂ ਲੰਗਰ ਵਾਸਤੇ ਲੈ ਕੇ ਆਉਣੀਆਂ, ਲੰਗਰ ਦੇ ਜੂਠੇ ਸੰਗਤਾਂ ਦੇ ਬਰਤਨ ਸਾਫ਼ ਕਰਨੇ, ਝਾੜੂ ਲਾਉਣਾ, ਪੋਚਾ ਲਾਉਣਾ, ਅੱਧੀ ਰਾਤ ਨੂੰ ਉੱਠ ਖੜ੍ਹਨਾ, ਬਜ਼ੁਰਗ ਉਮਰ ਹੈ, ਅੱਧੀ ਰਾਤ ਉੱਠਣਾ, ਤੇ ਸਾਧ ਸੰਗਤ ਜੀ ਬਿਆਸਾ ਨਦੀ ਦੇ ਉੱਤੇ ਪਿਛਲਖੁਰੀ ਜਾਣਾ। ਸਤਿਗੁਰੂ ਜੀ ਵੱਲ ਕੰਡ ਨਹੀਂ ਸੀ ਕਰਦੇ, ਚਿਹਰਾ ਸਤਿਗੁਰੂ ਜੀ ਵੱਲ ਰੱਖਣਾ, ਪਿਛਲਖੁਰੀ ਜਾਣਾ। ਬਿਆਸਾ ਦਰਿਆ ਤੋਂ ਜਲ ਦੀ ਗਾਗਰ ਭਰ ਕੇ ਲਿਆਉਣੀ, ਅੰਮ੍ਰਿਤ ਵੇਲੇ ਤੱਕ ਪਹੁੰਚ ਕੇ ਸਤਿਗੁਰੂ ਅੰਗਦ ਦੇਵ ਮਹਾਰਾਜ ਦਾ ਇਸ਼ਨਾਨ ਕਰਵਾਉਣਾ। ਇਹ ਨਿੱਤ ਦਾ ਕਰਮ ਸੀ ਬਾਬਾ ਅਮਰਦਾਸ ਜੀ ਦਾ। ਬਹੁਤ ਘਾਲਣਾ ਘਾਲਦਿਆਂ ਸੇਵਾ ਕਰਦਿਆਂ ਜਦੋਂ 12ਵਾਂ ਸਾਲ ਆ ਗਿਆ ਨਾ, ਇੱਕ ਦਿਨ ਸਾਧ ਸੰਗਤ ਜੀ ਸਰਦੀ ਦੀ ਰੁੱਤ ਹੈ, ਥੋੜ੍ਹੀਆਂ ਬੂੰਦਾਂ ਆਕਾਸ਼ ਦੇ ਵਿੱਚੋਂ ਮੀਂਹ ਦੀਆਂ ਵਰ ਰਹੀਆਂ, ਡਿੱਗ ਰਹੀਆਂ। ਦੁਨੀਆ ਦੇ ਲੋਕ ਆਰਾਮ ਦੇ ਨਾਲ ਰਜਾਈਆਂ ਤਾਣ ਕੇ ਸੁੱਤੇ ਹੋਏ ਹੈ। ਠੰਡ ਦਾ ਮੌਸਮ ਹੈ, ਕੋਈ ਬਾਹਰ ਨਹੀਂ ਨਿਕਲਦਾ, ਧੁੰਦ ਬਹੁਤੀ ਪਈ ਹੋਈ ਹੈ, ਹੱਥ ਮਾਰਿਆ ਦਿਖਾਈ ਨਹੀਂ ਦਿੰਦਾ, ਘੁੱਪ ਹਨੇਰਾ। ਬਾਬਾ ਅਮਰਦਾਸ ਜੀ ਜਲ ਦੀ ਗਾਗਰ ਲੈ ਕੇ ਆ ਰਹੇ ਹੈ। ਆਉਂਦਿਆਂ ਅੱਗੇ ਜੁਲਾਹੇ ਦਾ ਘਰ ਆ ਗਿਆ, ਤੇ ਸਾਧ ਸੰਗਤ ਜੀ ਜੁਲਾਹਿਆਂ ਦੇ ਜਿਹੜਾ ਉਹ ਕਿੱਲਾ ਗੱਡਿਆ ਹੁੰਦਾ ਨਾ ਤਾਣੀ ਤੜਨ ਵਾਸਤੇ, ਉਹਦੇ ਨਾਲ ਬਾਬਾ ਅਮਰਦਾਸ ਜੀ ਦਾ ਹਨੇਰੇ ਦੇ ਵਿੱਚ ਪੈਰ ਟਕਰਾ ਗਿਆ ਤੇ ਜੁਲਾਹੇ ਦੀ ਖੱਡੀ ਦੇ ਵਿੱਚ ਜਾ ਡਿੱਗੇ। ਆਪ ਤਾਂ ਸਤਿਗੁਰੂ ਜੀ ਡਿੱਗ ਪਏ, ਪਰ ਜਲ ਦੀ ਗਾਗਰ ਟੇਢੀ ਨਾ ਹੋਣ ਦਿੱਤੀ, ਪਾਣੀ ਨਾ ਡੋਲਣ ਦਿੱਤਾ। ਉਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਰਦੇ ਆਪਣੇ ਆਪ ਨੂੰ ਸੰਭਾਲਿਆ, ਉੱਠ ਖੜੇ ਹੋਏ। ਖੜਾਕ ਸੁਣਿਆ ਜਦੋਂ, ਜੁਲਾਹਾ ਆਪਣੀ ਘਰਵਾਲੀ ਨੂੰ ਪੁੱਛਦਾ, ਕਹਿੰਦਾ ਭਗਵਾਨ ਨੇ ਬਾਹਰ ਵੇਖਾਂ ਵੀ ਆ ਖੜਾਕ ਕਾਹਦਾ ਹੋਇਆ, ਕੌਣ ਹੈ ਬਾਹਰ? ਇਉਂ ਝੌਲਾ ਜਿਹਾ ਪੈਂਦਾ ਜਿਵੇਂ ਕੋਈ ਮਨੁੱਖ ਹੁੰਦਾ। ਉਸ ਵੇਲੇ ਜੁਲਾਹੀ ਨੇ ਥੋੜ੍ਹੀ ਜਿਹੀ ਲੋ ਕਰਕੇ ਜਦੋਂ ਬਾਹਰ ਨੂੰ ਵੇਖਿਆ, ਬੜਾ ਮੂੰਹ ਜਿਹਾ ਬਣਾ ਕੇ ਕਹਿਣ ਲੱਗੀ, ਕਹਿੰਦੀ ਹੋਰ ਇਸ ਵੇਲੇ ਕੌਣ ਹੋਣਾ ਹੈ? ਉਹੀ ਅਮਰੂ ਨਥਾਵਾ ਹੈ ਜਿਹੜਾ ਕੁੜਮਾਂ ਦੇ ਦੁਆਰੇ ਪਾਣੀ ਢੋਂਦਾ ਫਿਰਦਾ। ਘਰੇ ਤਾਂ ਪ੍ਰਸ਼ਾਦਾ ਮਿਲਦਾ ਨਹੀਂ, ਕੁੜਮਾਂ ਦੇ ਦੁਆਰੇ ਪਾਣੀ ਢੋ ਕੇ 2 ਟਾਈਮ ਦੀ ਰੋਟੀ ਖਾਂਦਾ। ਵੇਖੋ ਸੇਵਾ ਵਾਲਿਆਂ ਦੇ ਬਾਬਤ ਦੁਨੀਆ ਦੇ ਲੋਕਾਂ ਦੇ ਵਚਨ ਕਿਹੋ ਜਿਹੇ ਹੁੰਦੇ ਆ। ਪਰ ਜਿਹੜੇ ਸੇਵਾਦਾਰ ਹੈ ਗੁਰੂ ਘਰ ਦੇ, ਉਹ ਵੀ ਅਗਾਂਹ ਉਹਨਾਂ ਦੀ ਸਹਾਰਨ ਸ਼ਕਤੀ, ਜਰਨ ਸ਼ਕਤੀ ਕਿੰਨੀ ਹੈ।
ਗੁੱਸਾ ਨਹੀਂ ਕੀਤਾ। ਜੁਲਾਹੀ ਨੇ ਮੈਨੂੰ ਇਹ ਕਿਉਂ ਕਹਿ ਦਿੱਤਾ? ਸਹਿਜ ਸੁਭਾਏ ਬਾਬਾ ਅਮਰਦਾਸ ਜੀ ਦੇ ਮੁਖੋਂ ਵਚਨ ਨਿਕਲੇ, ਕਹਿਣ ਲੱਗੇ ਝੱਲੀਏ ਨਿਥਾਵਾ ਸੀ ਅਮਰਦਾਸ ਪਹਿਲਾਂ, ਹੁਣ ਨਿਥਾਵਾ ਨਹੀਂ ਰਿਹਾ, ਕਿਉਂਕਿ ਗੁਰੂ ਨੇ ਮੈਨੂੰ ਚਰਨਾਂ ਵਿੱਚ ਥਾਂ ਬਖਸ਼ ਦਿੱਤਾ। ਮੈਂ ਐਵੇਂ ਕੁੜਮਾਂ ਦੁਆਰੇ ਕੁੜਮਾਚਾਰੀ ਕਰਕੇ ਪਾਣੀ ਨਹੀਂ ਢੋਂਦਾ, ਵੱਡਿਆਂ ਭਾਗਾਂ ਦੇ ਨਾਲ ਗੁਰੂ ਦੇ ਦਰ ਦੀ ਸੇਵਾ ਮਿਲੀ ਹੈ, ਸੇਵਾ ਸਮਝ ਕੇ ਸੇਵਾ ਕਰ ਰਿਹਾ, ਸ਼ਾਇਦ ਕਦੇ ਸਤਿਗੁਰੂ ਜੀ ਤਰੁੱਠ ਪੈਣ, ਮੇਰਾ ਜਨਮ ਸਫਲਾ ਹੋ ਜਾਵੇ। ਸਹਿਜ ਸੁਭਾਏ ਵਚਨ ਕੀਤੇ, ਝੱਲੀਏ ਪਹਿਲਾਂ ਮੈਂ ਨਿਥਾਵਾ ਸੀ, ਹੁਣ ਮੈਨੂੰ ਗੁਰੂ ਨੇ ਚਰਨਾਂ ਵਿੱਚ ਥਾਂ ਦਿੱਤਾ। ਜਦੋਂ ਸਤਿਗੁਰੂ ਨੇ ਝੱਲੀਏ ਵਚਨ ਆਖਿਆ, ਇਹ ਕਹਿ ਕੇ ਸਤਿਗੁਰੂ ਜੀ ਤਾਂ ਚਲੇ ਗਏ ਪਾਣੀ ਦੀ ਗਾਗਰ ਲੈ ਕੇ, ਉਧਰ ਨਾਲ ਦੀ ਨਾਲ ਜੁਲਾਹੀ ਜਿਹੜੀ ਸੀ ਨਾ ਝੱਲੀ ਹੋ ਗਈ, ਚੱਲ ਚੜ ਗਿਆ, ਕਮਲੀ ਹੋ ਗਈ, ਵਾਲ ਖਿਲਾਰ ਲਏ, ਕੱਪੜੇ ਪਾੜਨ ਲੱਗ ਪਈ। ਸਵੇਰ ਦਾ ਵੇਲਾ ਹੋਇਆ, ਇਹ ਜੁਲਾਹਾ ਆਪਣੀ ਘਰਵਾਲੀ ਨੂੰ ਲੈ ਕੇ ਸਾਰੇ ਪਰਿਵਾਰ ਸਮੇਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਹਾਜ਼ਰ ਹੋਇਆ। ਕਿਉਂ? ਪਤਾ ਲੱਗ ਗਿਆ ਰੱਬ ਦੇ ਪਿਆਰੇ ਨੇ ਵਚਨ ਕੀਤੇ ਆ, ਉਹਦਾ ਕਰਕੇ ਦੀ ਆਹ ਹਾਲਤ ਹੋਈ ਹੈ। ਜਦੋਂ ਸਤਿਗੁਰੂ ਦੇ ਦਰਬਾਰ ਵਿੱਚ ਲੈ ਕੇ ਆਏ, ਕਹਿੰਦੇ ਜੀ ਤੁਹਾਡੇ ਸਿੱਖ ਸੇਵਾਦਾਰ ਸੇਵਕ ਨੇ ਆਹ ਵਚਨ ਕਰ ਦਿੱਤਾ, ਜਿਸ ਕਰਕੇ ਜੁਲਾਹਾ ਕਹਿੰਦਾ ਜੀ ਮੇਰੀ ਘਰਵਾਲੀ ਝੱਲੀ ਹੋ ਗਈ, ਕਮਲੀ ਬੌਰੀ ਹੋ ਗਈ, ਇਹਦੀ ਐਸੀ ਹਾਲਤ ਹੋ ਗਈ, ਆਪ ਜੀ ਕਿਰਪਾ ਕਰੋ ਇਹਨੂੰ ਬਖਸ਼ ਲਓ। ਅਣਜਾਣ ਪੁਣੇ ਵਿੱਚ ਇਹ ਐਸਾ ਕਹਿ ਬੈਠੀ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਨੇ ਦੇਖਿਆ, ਬੁਲਾਇਆ ਕੋਲ ਪੁਰਖਾ, ਤੂੰ ਆਹ ਵਚਨ ਕੀਤਾ, ਅੱਜ ਤੋਂ ਬਾਅਦ ਜਿਹੜਾ ਵੀ ਵਚਨ ਕਰਨਾ ਨਾ, ਇਹ ਬੜਾ ਸੰਭਲ ਕੇ ਕਰਨਾ ਹੈ, ਬੜੇ ਧਿਆਨ ਦੇ ਨਾਲ ਕਰਨਾ ਹੈ, ਤਾਂ ਕਿ ਜਿਹੜਾ ਐਸਾ ਕੋਈ ਵਚਨ ਹੈ ਕਿਸੇ ਦੇ ਵਾਸਤੇ ਕੋਈ ਨੁਕਸਾਨਦਾਇਕ ਨਾ ਹੋ ਨਿਬੜੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਵਚਨ ਕਹਿਣ ਲੱਗੇ, ਤੇ ਨਾਲ ਹੀ ਆਖਿਆ, ਪੁਰਖਾ ਤੇਰੇ ਵਚਨ ਫੁਰਨਾ ਲੱਗ ਪਿਆ, ਤੇਰੀ ਰਸਨਾ ਉੱਤੇ ਪ੍ਰਮਾਤਮਾ ਦਾ ਵਾਸਾ ਹੋ ਗਿਆ, ਅਗਾਂਹ ਤੋਂ ਜਿਹੜਾ ਵੀ ਵਚਨ ਕਰਨਾ ਹੈ ਸਹਿਜ ਸੁਭਾਏ ਕਰਨਾ ਹੈ। ਤੇ ਕਹਿਣ ਲੱਗੇ ਹੁਣ ਬਖਸ਼ ਦਿਓ, ਇਹਨਾਂ ਨੂੰ ਬਖਸ਼ੋਗੇ ਵੀ ਤੁਸੀਂ ਤੁਹਾਡੇ ਵਚਨਾਂ ਦੇ ਨਾਲ। ਮਹਾਰਾਜ ਮੈਂ ਕਿਵੇਂ ਬਖਸ਼ ਸਕਦਾ ਹਾਂ, ਇਹ ਤਾਂ ਤੁਹਾਡੀ ਕਲਾ ਵਰਤੀ ਹੈ। ਕਹਿੰਦੇ ਨਹੀਂ, ਤੁਸੀਂ ਬਖਸ਼ ਦਿਓ। ਬਾਬਾ ਅਮਰਦਾਸ ਜੀ ਨੇ ਸ਼ਰਨ ਆਏ ਜਾਣ ਕੇ ਆਖਿਆ ਕਿ ਠੀਕ ਹੋ ਜਾਵੇਗੀ। ਉਹ ਖੁਸ਼ੀ ਖੁਸ਼ੀ ਠੀਕ ਹੋ ਗਈ, ਪਰਿਵਾਰ ਸਾਰਾ ਘਰ ਚਲਿਆ ਗਿਆ। ਇੱਧਰ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਦੁਨੀਆ ਦੇ ਲੋਕ ਕਿਹੋ ਜਿਹੇ ਵਚਨ ਕਰਦੇ ਹੈ, ਇਹਨਾਂ ਨੂੰ ਨਿਮਾਣਾ ਨਿਤਾਣਾ ਨਿਥਾਵਾ ਕਹਿੰਦੇ ਹੈ। 12 ਵਚਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਦੇ ਉਸ ਵੇਲੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਕੀਤੇ। ਅੱਜ ਤੋਂ ਇਹ ਨਿਮਾਣਿਆਂ ਦੇ ਮਾਣ ਹਨ, ਨਿਤਾਣਿਆਂ ਦੇ ਤਾਣ ਹਨ, ਨਿਉਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਧਿਰਿਆਂ ਦੀ ਧਿਰ ਇਤਿਆਦਿਕ 12 ਬਖਸ਼ਿਸ਼ਾਂ 12 ਵਚਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਇਸ਼ਨਾਨ ਕਰਾ ਕੇ ਸ਼ੁਭ ਵਸਤਰ ਪਹਿਨਾ ਕੇ ਆਪਣੀ ਜਗ੍ਹਾ ਦੇ ਉੱਤੇ ਸਿੰਘਾਸਣ ਦੇ ਉੱਤੇ ਬਿਠਾਇਆ। ਪ੍ਰਕਰਮਾ ਕਰਕੇ 5 ਪੈਸੇ ਨਾਰੀਅਲ ਰੱਖ ਕੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1552 ਸਨ ਦੇ ਵਿੱਚ ਈਸਵੀ ਦੇ ਵਿੱਚ ਅੱਜ ਦੇ ਦਿਨ ਸਾਧ ਸੰਗਤ ਜੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕ ਕੇ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਸੋ ਉਹ ਗੁਰਤਾ ਗੱਦੀ ਦਾ ਦਿਹਾੜਾ ਅੱਜ ਹੈ, ਜਿਸ ਦੀਆਂ ਦਾਸ ਪਹਿਲਾਂ ਵੀ ਵਧਾਈਆਂ ਸੰਗਤ ਨੂੰ ਦੇ ਚੁੱਕਾ। ਇੱਕ ਵਾਰ ਫੇਰ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਪੁਰਬ ਦੀਆਂ ਸਮੂਹ ਸੰਸਾਰ ਭਰ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜਨ, ਜਿਨ੍ਹਾਂ ਦੀ ਉਪਮਾ, ਜਿਨ੍ਹਾਂ ਦੀ ਮਹਿਮਾ ਨੂੰ ਸਾਧ ਸੰਗਤ ਜੀ ਆ ਰਸਨਾ ਦੇ ਦੁਆਰਾ ਕਥਨ ਨਹੀਂ ਕੀਤਾ ਜਾ ਸਕਦਾ। ਐਸੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜਦੋਂ ਸਾਧ ਸੰਗਤ ਜੀ ਸੰਗਤਾਂ ਨੂੰ ਤਾਰਦੇ ਦੁਬਾਰਾ ਸਾਧ ਸੰਗਤ ਜੀ ਉਹ ਦੁਰਗਾ ਦਾਸ ਬ੍ਰਾਹਮਣ ਦੇ ਨਾਲ ਮੇਲ ਹੋਇਆ ਨਾ, ਲੋਕ ਆ ਕੇ ਮੱਥੇ ਟੇਕ ਰਹੇ ਆ ਸਤਿਗੁਰੂ ਦੇ ਚਰਨਾਂ ਦੇ ਵਿੱਚ। ਵੇਖਿਆ ਵੀ ਕੋਈ ਰੱਬ ਦਾ ਪਿਆਰਾ, ਕੋਈ ਸਾਧੂ ਮਹਾਤਮਾ, ਕੋਈ ਗੁਰੂ ਪੀਰ ਆਇਆ, ਮੈਂ ਵੀ ਜਾ ਕੇ ਦਰਸ਼ਨ ਕਰ ਲਵਾਂ। ਪਛਾਣ ਲਿਆ ਵੀ ਇਹ ਤਾਂ ਉਹੀ ਰਾਹੀ ਮੁਸਾਫਿਰ ਹੈ ਜਿਨ੍ਹਾਂ ਦੀ ਬਾਬਤ ਮੈਂ ਵਚਨ ਕੀਤਾ ਸੀ ਕਿ ਇਹ ਕੋਈ ਬਲੀ ਪੁਰਖ ਹੋਣਗੇ, ਕੋਈ ਰਾਜੇ ਮਹਾਰਾਜੇ ਜਾਂ ਕੋਈ ਗੁਰੂ ਪੀਰ ਪੈਗੰਬਰ ਹੋਣਗੇ। ਸਤਿਗੁਰੂ ਜੀ ਦੇ ਕੋਲ ਆ ਗਿਆ, ਮੱਥਾ ਟੇਕਿਆ, ਕਹਿੰਦਾ ਮਹਾਰਾਜ ਮੈਂ ਜਿਹੜੀ ਭਵਿੱਖਬਾਣੀ ਕੀਤੀ ਸੀ ਉਹ ਤਾਂ ਹੋ ਗਈ ਹੈ, ਸੱਚ ਆਪ ਜੀ ਗੁਰੂ ਬਣ ਗਏ ਹੋ, ਤੇ ਕਿਰਪਾ ਕਰੋ ਜਿਹੜਾ ਵਚਨ ਤੁਸੀਂ ਮੇਰੇ ਨਾਲ ਕਰਕੇ ਗਏ ਸੀ ਵੀ ਜਦੋਂ ਤੁਸੀਂ ਕਿਸੇ ਉੱਚ ਪਦਵੀ 'ਤੇ ਹੋਵੋਗੇ ਉਸ ਵੇਲੇ ਮੇਰੀ ਵੀ ਭਾਵਨਾ ਪੂਰੀ ਕਰੋਗੇ, ਤੇ ਆਪ ਜੀ ਕਿਰਪਾ ਕਰੋ
ਹੁਣ ਮੈਂ ਜੋ ਮੰਗਾਂਗਾ ਉਹ ਮੈਨੂੰ ਦੇ ਦਿਓ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿਣ ਲੱਗੇ, ਦੁਰਗਾ ਦਾਸ ਕਹਿੰਦੇ ਲੋਕ ਦੇ ਸੁੱਖ ਮੰਗ ਲੈ, ਧਨ ਮੰਗ ਲੈ, ਦੌਲਤ ਮੰਗ ਲੈ, ਜੋ ਮੰਗੇਗਾ ਤੈਨੂੰ ਦੇ ਦੇਵਾਂ। ਜੇ ਪਰਲੋਕ ਦੇ ਸੁੱਖ ਮੰਗਣੇ ਚਾਹੁੰਦਾ ਤੇ ਪਰਲੋਕ ਦੇ ਸੁੱਖ ਮੰਗ ਲੈ, ਤੈਨੂੰ ਮੁਕਤੀ ਵੀ ਦੇ ਦੇਵਾਂਗੇ, ਪਰਲੋਕ ਸੁਹੇਲਾ ਤੇਰਾ ਕਰ ਦੇਵਾਂਗੇ। ਪਰ ਦੋਵਾਂ ਦੇ ਵਿੱਚੋਂ ਮਿਲੇਗੀ ਇੱਕ ਚੀਜ਼, ਜਾਂ ਲੋਕ ਦੇ ਸੁੱਖ ਮੰਗ ਲੈ ਜਾਂ ਪਰਲੋਕ ਦੇ ਸੁੱਖ ਮੰਗ ਲੈ, ਇੱਕ ਚੀਜ਼ ਮਿਲੇਗੀ। ਉਸ ਵੇਲੇ ਦੁਰਗਾ ਦਾਸ ਬ੍ਰਾਹਮਣ ਬੜਾ ਸਿਆਣਾ ਸੀ, ਹੱਥ ਜੋੜੇ। ਦੇਖੋ ਮੰਗ ਕੀ ਮੰਗੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ। ਆਪਾਂ ਵੀ ਮੰਗਦੇ ਹਾਂ, ਪਰ ਸਾਡੀ ਤਾਂ ਦੁਨਿਆਵੀ ਲਿਸਟ ਬਹੁਤ ਵੱਡੀ ਹੁੰਦੀ ਹੈ। ਮਹਾਰਾਜ ਦੁੱਧ ਦੇ ਦਿਓ, ਪੁੱਤ ਦੇ ਦਿਓ, ਜ਼ਮੀਨਾਂ ਦੇ ਦਿਓ, ਜਾਇਦਾਦਾਂ ਦੇ ਦਿਓ, ਘਰਾਂ ਦੇ ਸੁੱਖ ਦੇ ਦਿਓ, ਮੁੰਡਾ ਕੁੜੀ ਨੌਕਰੀ 'ਤੇ ਲੱਗ ਜਾਵੇ, ਮੁੰਡੇ ਕੁੜੀ ਦਾ ਵੀਜ਼ਾ ਲੱਗ ਜਾਏ, ਕੈਨੇਡਾ ਚਲਿਆ ਜਾਵੇ, ਅਮਰੀਕਾ ਚਲਿਆ ਜਾਵੇ, ਆਸਟ੍ਰੇਲੀਆ ਚਲਿਆ ਜਾਵੇ, ਆਈਲੈਟਸ ਵਿੱਚੋਂ ਚੰਗੇ ਬੈਂਡ ਆ ਜਾਣ। ਆਪਾਂ ਤਾਂ ਇਹੀ ਮੰਗਦੇ ਆ ਨਾ ਅੱਗੇ। ਹੁਣ ਦੁਰਗਾ ਦਾਸ ਬ੍ਰਾਹਮਣ ਨੇ ਵੇਖੋ ਕਿੰਨੇ ਤਰੀਕੇ ਦੇ ਨਾਲ ਮੰਗਿਆ। ਕਹਿੰਦਾ ਮਹਾਰਾਜ ਜੇਕਰ ਆਪ ਜੀ ਮੈਨੂੰ ਨਾਮ ਦਾ ਧਨ ਦੇ ਦਿਓਗੇ ਤੇ ਦੁਨਿਆਵੀ ਧਨ ਬਿਨਾਂ ਵੀ ਨਹੀਂ ਨਿਸਾਰਦਾ। ਦੁਨੀਆ ਦੇ ਧਨ ਤੋਂ ਬਿਨਾਂ ਮਨੁੱਖ ਜੱਗ ਦੇ ਵਿੱਚ ਸ਼ੋਭਾ ਨਹੀਂ ਪਾਉਂਦਾ। ਤੇ ਮਹਾਰਾਜ ਜੇ ਮੈਂ ਦੁਨੀਆ ਦਾ ਧਨ ਮੰਗ ਲਵਾਂ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਨਾਮ ਨਹੀਂ ਦੇਣਾ। ਜੇ ਨਾਮ ਨਾ ਮਿਲਿਆ ਤੇ ਫਿਰ ਜਮਾਂਦੀਪੁਰੀ ਨੂੰ ਚਲਿਆ ਜਾਵਾਂਗਾ, ਤੁਹਾਡੇ ਦਰਸ਼ਨ ਕਰਨ ਦਾ ਮੈਨੂੰ ਫਾਇਦਾ ਕੀ ਹੋਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ। ਕੀ ਮੰਗਿਆ? ਕਿਸੇ ਵਿਦਵਾਨ ਨੇ ਬੜੇ ਸੁੰਦਰ ਲਫ਼ਜ਼ਾਂ ਦੇ ਵਿੱਚ ਸਾਧ ਸੰਗਤ ਜੀ ਇਹ ਮੰਗ ਜਿਹੜੀ ਦੁਰਗਾ ਦਾਸ ਬ੍ਰਾਹਮਣ ਦੀ ਦੱਸੀ ਹੈ। ਕਹਿੰਦਾ ਨਾਮ ਦੇਹ ਧਨ ਦੇਹ ਨਾ ਜਨ ਕੋ, ਧਨ ਵਿਹੀਨ ਜਨ ਜਗ ਨਾ ਸੁਹਾਏ। ਨਾਮ ਦੇ ਦਿਓਗੇ, ਧਨ ਨਾ ਦਿਓਗੇ, ਧਨ ਤੋਂ ਬਿਨਾਂ ਬੰਦਾ ਜੱਗ ਵਿੱਚ ਸ਼ੋਭਾ ਨਹੀਂ ਪਾਉਂਦਾ। ਜੇ ਧਨ ਦੇਹ ਨਾਮ ਨਾ ਦੇਵੈ, ਨਾਮ ਬਿਨਾ ਜਨ ਜੰਮਪੁਰ ਜਾਹੇ। ਜੇ ਕਹਿੰਦੇ ਨਾਮ ਦੇ ਦਿਓਗੇ, ਧਨ ਨਹੀਂ ਦਿਓਗੇ, ਜਗਤ 'ਚ ਨਹੀਂ ਸ਼ੋਭਾ ਪਾਉਣਾ। ਤੇ ਜੇ ਨਾਮ ਦਾ ਧਨ ਦੇਤਾ ਦੁਨਿਆਵੀ ਨਾਮ ਦਾ ਧਨ ਨਾ ਦਿੱਤਾ, ਫਿਰ ਜਮਾਂਦੀਪੁਰੀ ਨੂੰ ਚਲਿਆ ਜਾਵਾਂਗਾ। ਤੁਮ ਪੈ ਕਹੀ ਕਹੀ ਨਹੀਂ ਬਨ ਆਵੈ, ਜਿਉਂ ਭਾਵੈ ਤਿਉਂ ਬੰਤ ਬਣਾਏ। ਗੁਰ ਅਮਰਦਾਸ ਤੇਜੋ ਕੋ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਮਹਾਰਾਜ ਸੱਚੇ ਪਾਤਸ਼ਾਹ ਤੇਜਪਾਲ ਜੀ ਦੇ ਪੁੱਤਰ ਭੱਲੇ ਅਮਰਦਾਸ ਗੁਣ ਤੇਰੇ, ਭੱਲਿਆਂ ਦੀ ਕੁਲ ਦੇ ਧੁਜਾ ਰੂਪ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਆਪ ਜੀ ਕਿਰਪਾ ਕਰੋ, ਮੇਰਾ ਲੋਕ ਵੀ ਸੁਖੀਆ ਕਰੋ ਤੇ ਪਰਲੋਕ ਵੀ ਸੁਹੇਲਾ ਕਰੋ, ਦੋਵੇਂ ਬਖਸ਼ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਪ੍ਰਸੰਨ ਹੋ ਗਏ। ਇਹ ਦੁਰਗਾ ਦਾਸ ਬ੍ਰਾਹਮਣ ਨੂੰ ਦੁਨਿਆਵੀ ਸੁੱਖ ਵੀ ਦਿੱਤੇ, ਲੋਕ ਵੀ ਸੁਖੀਆ ਕਰ ਦਿੱਤਾ ਤੇ ਨਾਲ ਪਰਲੋਕ ਦੇ ਵੀ ਸੁੱਖ ਬਖਸ਼ ਕੇ ਇਹਦਾ ਜਨਮ ਮਰਨ ਵੀ ਕੱਟ ਦਿੱਤਾ। ਮੁਕਤੀ ਦਾ ਦਾਨ ਵੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਬਖਸ਼ਿਆ। ਉਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਦੇ ਉੱਤੇ ਵੀ ਕਿਰਪਾ ਕਰਨ, ਦੁਨਿਆਵੀ ਸੁੱਖ ਵੀ ਬਖਸ਼ਣ, ਸਾਡਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਕਰਨ। ਆਓ ਲੜੀਵਾਰ ਕਥਾ ਦੀਆਂ ਜਿਹੜੀਆਂ ਅੰਤਲੀਆਂ ਤੁਕਾਂ ਪੜ੍ਹ ਕੇ ਆਪਾਂ ਅਰਦਾਸ ਬੇਨਤੀ ਵਿੱਚ ਹਾਜ਼ਰ ਹੋਣਾ। ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਣੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਣ। ਸੁਣਿਆ ਪੜ੍ਹਿਆ ਗੁਰ ਉਪਦੇਸ਼ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਵਸਾ ਕੇ ਸੇਵਾ ਅਤੇ ਸਿਮਰਨ ਦੀ ਦਾਤ ਦੇ ਨਾਲ ਨਿਵਾਜਣ। ਦੇਹੋ ਸਜਣ ਅਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉ ਮੇਲ। ਭਗਤ ਸੁਨਤ ਇਤਿਹਾਸ ਵੀ, ਸ੍ਰੀ ਗੁਰ ਸ਼ਰਧਾ ਦੇਨਾ। ਆਗ ਓਗਣ ਮਲ ਹਰਨ ਕੋ, ਜਲ ਸਮ ਹੈ ਸੁਖ ਐਨ।